ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਮੌਜੂਦ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ ਤੇ ਜਿੰਨੇ ਵੀ ਸੁਣ ਵੇਖ ਰਹੇ ਨੇ ਸਭਨਾਂ ਨੂੰ ਨਿੱਘੀ ਫਤਿਹ। ਫਤਿਹ। ਹਮੇਸ਼ਾ ਦੀ ਤਰ੍ਹਾਂ ਬੇहद ਗੰਭੀਰ ਮਸਲਿਆਂ ਦੇ ਉੱਤੇ ਚਰਚਾ ਹੁੰਦੀ ਹੈ ਕਿ ਆਖਿਰਕਾਰ ਸਾਡੇ ਆਲੇ ਦੁਆਲੇ ਵਾਪਰ ਕੀ ਰਿਹਾ। ਖਾਸ ਵਿਸ਼ਾ ਅੱਜ ਦਾ ਇਹ ਆ ਕਿ ਔਰਤਾਂ ਦੇ ਵਿੱਚ ਖੁਦਕੁਸ਼ੀਆਂ ਜਾਂ ਬੱਚੀਆਂ ਸਾਡੀਆਂ ਲੜਕੀਆਂ ਦੇ ਵਿੱਚ ਜਿਹੜੀਆਂ ਖੁਦਕੁਸ਼ੀਆਂ ਦੀ ਦਰ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਇੱਕ ਚਿੰਤਾਜਨਕ ਸਥਿਤੀ ਹੈ। ਪਿਛਲੇ ਦਿਨਾਂ ਦੇ ਵਿੱਚ ਭਾਰਤ ਸਰਕਾਰ ਵੱਲੋਂ ਜਾਂ ਇੱਧਰ ਜਿਹੜੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਹੈ ਉਹਦੇ ਵੱਲੋਂ ਵੀ ਇੱਕ ਰਿਪੋਰਟ ਨਸ਼ਰ ਹੋਈ ਸੀ। ਉਹਦੇ ਤੇ ਵੀ ਅਸੀਂ ਗੱਲਬਾਤ ਕੀਤੀ ਸੀ ਡਾਕਟਰ ਗਰਗ ਹੋਰਾਂ ਦੇ ਨਾਲ। ਉਹਦੇ ਚ ਕਿਸਾਨ ਖੁਦਕੁਸ਼ੀਆਂ, ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਤੇ ਔਰਤਾਂ ਦੀਆਂ ਖੁਦਕੁਸ਼ੀਆਂ ਬਾਰੇ ਖਾਸ ਕਰ ਗੱਲ ਕੀਤੀ ਗਈ ਸੀ। ਉਸ ਇਕੱਲੇ ਟੌਪਿਕ ਦੇ ਉੱਤੇ ਅਸੀਂ ਅੱਜ ਗੱਲਬਾਤ ਨੂੰ ਅੱਗੇ ਤੋਰਾਂਗੇ ਕਿ ਵਿਸ਼ਵ ਪੱਧਰ ਦੇ ਵਿੱਚ ਸਥਿਤੀ ਕਿੱਦਾਂ ਦੀ ਹੈ, ਉਹਦੇ ਕਾਰਨ ਕੀ ਨੇ ਆਖਿਰਕਾਰ, ਤੇ ਉਹਦੇ ਤੋਂ ਬਚਿਆ ਕਿੱਦਾਂ ਜਾ ਸਕਦਾ ਆ। ਡਾਕਟਰ ਸਾਹਿਬ ਇੱਥੋਂ ਸ਼ੁਰੂ ਕਰਿਓ ਕਿ ਔਰਤਾਂ ਦੀਆਂ ਖੁਦਕੁਸ਼ੀਆਂ ਦੇ ਅੰਕੜੇ ਤੇ ਇਹਦੇ ਨਾਲ ਜੁੜੀਆਂ ਹੋਰ ਕਿਹੜੇ ਇਹੋ ਜਿਹੇ ਮਤਲਬ ਕਿ ਖੁਲਾਸੇ ਨੇ ਜਿਹੜੇ ਸਾਡੇ ਸਾਰਿਆਂ ਦੇ ਸਾਹਮਣੇ ਆਉਣੇ ਚਾਹੀਦੇ ਨੇ। ਦੇਖੋ ਸੁਖਵਿੰਦਰ ਜੀ, 2019 ਤੋਂ ਬਾਅਦ ਜਿਹੜੇ ਅੰਕੜੇ ਔਰਤਾਂ ਤੇ ਬੇਟੀਆਂ ਦੇ ਖਾਸ ਤੌਰ ਤੇ ਜਿਨ੍ਹਾਂ 'ਚ 15 ਤੋਂ 19 ਵਰ੍ਹਿਆਂ ਦੀਆਂ ਬੇਟੀਆਂ ਦੀਆਂ ਵੱਧਦੀਆਂ ਜਾਂਦੀਆਂ ਖੁਦਕੁਸ਼ੀਆਂ, ਉਹ ਵਾਕਈ ਚਿੰਤਾਜਨਕ ਨੇ, ਜਿਸ ਕਾਰਨ ਯੂਨਾਈਟਿਡ ਨੇਸ਼ਨਸ ਨੇ ਵੀ ਇਹ ਵਿਸ਼ਾ ਚੱਕਿਆ ਤੇ ਜੋ ਭਾਰਤ ਦੇ ਅੰਕੜੇ ਜਿਹੜੇ ਔਰਤਾਂ ਦੇ ਖੁਦਕੁਸ਼ੀ ਦੇ ਜੋ ਸਾਹਮਣੇ ਆਏ ਸਨ 2021 ਦੇ, ਉਹ ਸਨ 45,000 ਤੋਂ ਵੱਧ ਔਰਤਾਂ ਨੇ ਸੁਇਸਾਈਡ ਕੀਤਾ ਸੀ। ਉਹਦੇ ਵਿੱਚ ਗਿਣਤੀ ਲਈ ਗਈ ਸੀ 15 ਤੋਂ 45 ਵਰ੍ਹਿਆਂ ਦੀ ਉਮਰ ਤੱਕ। ਪਰ ਜਿਹੜੀ ਹੁਣ ਜਿਹੜੇ ਅੰਕੜੇ ਆ ਰਹੇ ਨੇ 15 ਤੋਂ 19 ਵਰ੍ਹਿਆਂ ਦੇ, ਉਹ ਵਾਕਈ ਬੜੇ ਖਤਰਨਾਕ ਸਾਬਤ ਹੋ ਰਹੇ ਨੇ ਸਾਡੇ ਲਈ, ਸਾਨੂੰ ਇੱਕ ਵਾਰਨਿੰਗ ਦੇ ਰਹੇ ਨੇ। ਮੈਂ ਗੱਲ ਕਰਾਂਗੀ ਅਮਰੀਕਨ ਫਾਊਂਡੇਸ਼ਨ ਆਫ ਸੁਇਸਾਈਡ ਪ੍ਰੀਵੈਂਸ਼ਨ 2022 ਵਾਲੇ ਅੰਕੜੇ, ਉਹਨਾਂ ਦੇ ਵੀ ਸਾਂਝੇ ਕਰਾਂਗੀ। ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ, ਉਹਨਾਂ ਦੇ ਵੀ ਸਾਂਝੇ ਕਰਾਂਗੀ ਤੇ ਆਲ ਇੰਡੀਆ ਇੰਸਟੀਚਿਊਟ ਦਿੱਲੀ ਆਪਣੇ ਭਾਰਤ ਦੇ ਵੀ ਅੰਕੜੇ, ਇਹ ਸਾਰਿਆਂ ਦਾ ਨਿਚੋੜ ਕੱਢ ਕੇ ਦੱਸਾਂਗੇ ਕਿ ਕੀ ਇਸ ਵੇਲੇ ਸਾਡੇ ਕਾਰਨ ਬਣਦੇ ਜਾ ਰਹੇ ਨੇ ਤੇ ਕੀ ਨੇ ਜਿਹੜੇ ਇਹਨਾਂ ਨੂੰ ਜਿਹੜਾ ਵਾਧਾ ਹੋ ਰਿਹਾ ਹੈ ਤੇ ਕਿਉਂ ਆਖਰ ਇਹ ਚੀਜ਼ਾਂ ਵਾਪਰ ਰਹੀਆਂ ਨੇ। ਸੋ ਉਹਨਾਂ ਅਨੁਸਾਰ ਜਿਹੜਾ ਇਹ ਨਿਚੋੜ, ਕਿਉਂਕਿ ਮੈਂ ਪਹਿਲਾਂ ਹੀ ਕਹਿ ਦਿੱਤਾ, ਦੱਸ ਰਹੀ ਹਾਂ, ਸਭ ਤੋਂ ਵੱਡਾ ਅਹਿਮ ਕਾਰਨ ਹੈ ਇਹਨਾਂ ਦਾ ਲੈਕ ਆਫ ਸਪੋਰਟ। ਯਾਨੀ ਇਹਨਾਂ ਨੂੰ ਅਸੀਂ ਕਿਸੇ ਵੀ ਪਾਸਿਓਂ ਇੱਕ ਸਪੋਰਟ ਸਿਸਟਮ ਜੋ ਹੋਣਾ ਚਾਹੀਦਾ ਹੈ, ਜੋ ਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਮੁੰਡਿਆਂ ਦੇ ਵਿੱਚ ਜਾਂ ਸਾਡੇ ਬੇਟਿਆਂ ਦੇ ਵਿੱਚ ਉਹਨਾਂ ਦੇ ਦੋਸਤ ਮਿੱਤਰ ਹੀ, ਉਹ ਛੱਡ ਯਾਰ ਕੋਈ ਨਾ, ਚੱਲ ਚਲਦੇ ਆ, ਚੱਲ ਆਪਾਂ ਅੱਜ ਇੱਕ ਪਾਰਟੀ ਕਰਦੇ ਆ, ਜਾਂ ਜੋ ਵੀ ਉਹ ਕਰਦੇ ਆ, ਜਿਸ ਤਰੀਕੇ ਉਹਨਾਂ ਦੇ ਨਾਲ ਉਹ ਮਿਲ ਜੁਲ ਜਾਂਦੇ ਨੇ। ਬੇਟੀਆਂ ਦੇ ਵਿੱਚ ਇਸ ਤਰ੍ਹਾਂ ਦਾ ਸਪੋਰਟ ਸਿਸਟਮ ਕਿਤੇ ਨਹੀਂ ਦਿਸ ਰਿਹਾ। ਦਰਅਸਲ ਸੁਖਵਿੰਦਰ ਜੀ, ਦੋ ਕਿਸਮਾਂ ਦੇ ਜੋ ਅਸੀਂ ਇਹਨੂੰ ਡਿਵਾਈਡ ਕਰ ਰਹੇ ਹਾਂ, ਇੱਕ ਤਾਂ ਸੁਇਸਾਈਡ ਯਾਨੀ ਉਹ ਮਾਰੀ ਗਈ, ਦੂਸਰੀ ਹੈ ਅਟੈਂਪਟਡ ਸੁਇਸਾਈਡ, ਜਿਹੜਾ ਯਾਨੀ ਉਹਨੇ ਕੋਸ਼ਿਸ਼ ਆਪਣੇ ਵੱਲੋਂ ਕੀਤੀ ਕਿ ਮੈਂ ਆਪਣੇ ਆਪ ਨੂੰ ਕਿਸੇ ਤਰੀਕੇ ਦੀ ਸੱਟ ਮਾਰ ਸਕਾਂ, ਵੀਣੀ ਕੱਟ ਸਕਾਂ, ਜਾਂ ਕੁਛ ਅਜਿਹੀ ਚੀਜ਼ ਜਿਹਦੇ ਨਾਲ ਮੈਂ ਦਿਖਾ ਸਕਾਂ ਕਿ ਮੈਂ, ਜਾਂ ਆਪਣੇ ਕੋਈ ਗੋਲੀਆਂ ਖਾ ਲੈਣੀਆਂ, ਮਰਨ ਦੀ ਕੋਸ਼ਿਸ਼ ਕਰਨੀ। ਯਾਨੀ ਇੱਕ ਕੋਸ਼ਿਸ਼ ਕਰਨ ਵਾਲੀ ਜਿਹੜੀ ਇੱਕ ਸੁਇਸਾਈਡ ਦੇ ਵਿੱਚ ਵਾਧਾ ਕਈ ਗੁਣਾ ਹੋਇਆ ਜੇ, ਜਿਸ ਵਿੱਚ ਛਾਲ ਮਾਰ ਦੇਣੀ ਪਰ ਉਹਨੂੰ ਬਚਾ ਲਿਆ ਜਾਣਾ, ਯਾਨੀ ਏਦਾਂ ਦੀਆਂ ਚੀਜ਼ਾਂ ਵੀ ਕਾਫੀ ਵਾਧਾ ਹੋਇਆ, ਜੋ ਕਿ ਇਹਨਾਂ ਸਾਰਿਆਂ ਦੇ ਅਨੁਸਾਰ ਲਗਭਗ 10 ਗੁਣਾ ਜ਼ਿਆਦਾ ਨੇ ਅਸਲ ਸੁਇਸਾਈਡ ਨਾਲੋਂ। ਯਾਨੀ ਅਸਲ ਜੋ ਮੌਤਾਂ ਹੋ ਰਹੀਆਂ ਨੇ ਉਹਨਾਂ ਨਾਲੋਂ ਅਟੈਂਪਟਡ ਸੁਇਸਾਈਡ 10 ਗੁਣਾ ਵੱਧ ਨੇ। ਹੁਣ ਇਹਦੇ ਕਾਰਨ ਜਿਹੜੇ ਉਹਨਾਂ ਨੇ ਲੱਭੇ, ਕਿਉਂਕਿ ਇਹ ਲਗਭਗ ਅਟੈਂਪਟਡ ਸੁਇਸਾਈਡ ਮੁੰਡਿਆਂ ਨਾਲੋਂ ਦੁੱਗਣਾ ਜ਼ਿਆਦਾ ਔਰਤਾਂ ਦੇ ਵਿੱਚ ਜਾਂ ਬੇਟੀਆਂ, ਨੌਜਵਾਨ ਬੇਟੀਆਂ ਵਿੱਚ ਦੇਖਿਆ ਜਾਂਦਾ। ਹੁਣ ਪਹਿਲੀ ਚੀਜ਼ ਜਿਹੜੀ ਉਹਨਾਂ ਨੇ ਕਿਹਾ ਕਿ ਬੇਟੀਆਂ ਉੱਤੇ ਬਹੁਤ ਜ਼ਿਆਦਾ ਬੰਦਸ਼ਾਂ ਇਹਨਾਂ ਤੇ ਰੱਖੀਆਂ ਜਾਂਦੀਆਂ ਨੇ। ਇੰਟਰਸਟਿਡ ਆਪਾਂ ਨੂੰ ਲੱਗਦਾ ਇੰਡੇ ਹੋਈਏ ਕਿ ਅਮਰੀਕਾ, ਕੈਨੇਡਾ 'ਚ ਕਾਹਦੀਆਂ ਹੁੰਦੀਆਂ ਨੇ, ਤਾਂ ਉਹਨਾਂ ਵਿੱਚ ਅਸਲ 'ਚ ਅਮਰੀਕਾ ਜਾਂ ਕੈਨੇਡਾ ਦੇ ਜਿਹੜੇ ਮੱਧ ਵਰਗੀ ਟੱਬਰ ਹੁੰਦੇ ਨੇ, ਉਹਨਾਂ ਵਿੱਚ ਵੀ ਬੇਟੀਆਂ ਉੱਤੇ ਸਖਤਾਈ ਹੁੰਦੀ ਜੇ, ਉਹਨਾਂ ਨੂੰ ਓਨੀ ਖੁੱਲ੍ਹ ਨਹੀਂ ਦਿੱਤੀ ਜਾਂਦੀ ਜਿੰਨੀ ਅਸਲ ਵਿੱਚ ਵੇਖਣ ਨੂੰ ਮਿਲਦੀ ਹੈ। ਤੋ ਇਹੀ ਕਾਰਨ ਉਹਨਾਂ ਨੇ ਕੱਢਿਆ ਕਿ 15 ਤੋਂ 19 ਵਰ੍ਹਿਆਂ ਦੀ ਜਿਹੜੀਆਂ ਬੇਟੀਆਂ ਨੇ, ਉਹ ਭਾਰੀ ਡਿਪਰੈਸ਼ਨ ਦੇ ਵਿੱਚ ਇਸ ਵੇਲੇ ਦੇਖੀਆਂ ਜਾ ਰਹੀਆਂ ਨੇ, ਜਿਨ੍ਹਾਂ ਵਿੱਚੋਂ
ਜਿਹੜਾ ਕੈਨੇਡੀਅਨ ਮੈਂਟਲ ਹੈਲਥ ਮੰਨਦੇ ਨੇ ਕਿ 70% ਜਿਹੜੇ ਐਂਟੀ ਡਿਪਰੈਸੈਂਟਸ ਵਰਤੇ ਜਾ ਰਹੇ ਨੇ 15 ਤੋਂ 19 ਸਾਲ ਦੀਆਂ ਬੇਟੀਆਂ ਲਈ ਵਰਤੇ ਜਾ ਰਹੇ ਨੇ, ਕਿਉਂਕਿ ਉਹ ਕਾਫੀ ਸੀਵੀਅਰ ਡਿਪਰੈਸ਼ਨ ਵੱਲ ਜਾ ਰਹੀਆਂ ਨੇ ਤੇ ਉਹਨਾਂ ਵਿੱਚ ਹੀ ਇੰਨੀ ਕੁ ਹੀ ਗਿਣਤੀ ਲਗਭਗ ਅਮਰੀਕਾ ਦੀਆਂ ਬੇਟੀਆਂ ਦੇ ਵਿੱਚ ਦੇਖੀ ਜਾ ਰਹੀ ਹੈ। ਭਾਰਤ ਦੀ ਜਿੱਥੋਂ ਤੱਕ ਗੱਲ ਕਰੀਏ, ਇੱਥੇ ਕਿਉਂਕਿ ਸਾਡਾ ਸਮਾਜ ਅਜਿਹਾ ਹੈ ਜਿੱਥੇ ਬੇਟੀਆਂ ਨੂੰ ਅਸੀਂ ਓਨੀ ਖੁੱਲ੍ਹ ਦਿੰਦੇ ਨਹੀਂ। ਸੋ ਨਾ ਤਾਂ ਮਾਪੇ ਤਿਆਰ ਹੁੰਦੇ ਨੇ ਕਿ ਬੇਟੀਆਂ ਦੀ ਪਹਿਲੀ ਗੱਲ ਤਾਂ ਉਹਨਾਂ ਨੂੰ ਪਛਾਣ ਹੀ ਨਹੀਂ ਹੁੰਦੀ ਕਿ ਸਾਡੀਆਂ ਬੇਟੀਆਂ ਨੂੰ ਡਿਪਰੈਸ਼ਨ ਹੈ, ਇਹਦਾ ਇਲਾਜ ਦੀ ਲੋੜ ਹੈ ਵੀ ਕਿ ਨਹੀਂ। ਦੂਸਰੀ ਅਹਿਮ ਗੱਲ ਕਿ ਉਹ ਇਹੋ ਜਿਹੀ ਚੀਜ਼ ਲੁਕਾ 'ਚ ਰੱਖਣਾ ਚਾਹੁੰਦੇ ਨੇ ਕਿ ਇਹ ਅਸੀਂ ਜੇ ਬਾਹਰ ਗਏ ਕਿਤੇ ਗੱਲ ਨਾ ਨਿਕਲ ਜਾਏ, ਉਹਦੇ ਵਿਆਹ ਦੇ ਵਿੱਚ ਕੋਈ ਦਿੱਕਤ ਨਾ ਆ ਜਾਵੇ ਜਾਂ ਕੋਈ ਇਹੋ ਜਿਹੀ ਯਾਨੀ ਸੋਚ ਦੇ ਨਾਲ ਅਸੀਂ ਬੇਟੀਆਂ ਨੂੰ ਦਵਾਈ ਦਵਾਉਂਦੇ ਹੀ ਨਹੀਂ। ਇਹੀ ਕਾਰਨ ਹੈ ਕਿ ਭਾਰੀ ਗਿਣਤੀ ਜਿਹੜੀਆਂ ਇਹ ਸੁਇਸਾਈਡ ਕਰ ਜਾਂਦੀਆਂ ਨੇ, ਉਹਨਾਂ ਨੂੰ ਖਿਮਾ ਕਰਿਓ ਕਈ ਵਾਰ ਅਸੀਂ ਯੰਗ ਡੈਥਸ ਕਹਿ ਕੇ ਹਾਰਟ ਅਟੈਕ ਹੋ ਗਈ, ਸੁੱਤੀ ਪਈ ਮਰ ਗਈ ਕਹਿ ਕੇ ਹੀ ਟਾਲ ਦਿੰਦੇ ਆ ਕਿ ਇਹ ਕੁਝ ਵੀ ਨਹੀਂ ਹੋਇਆ। ਸੋ ਇਹੀ ਕਾਰਨ ਹੈ ਕਿ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਇਹ ਕੰਮ ਚੁੱਕਿਆ ਹੈ ਕਿ ਭਈ ਪਹਿਲੀ ਗੱਲ ਤਾਂ ਉਹਨਾਂ ਦੇ ਡਿਪਰੈਸ਼ਨ ਦਾ ਕਾਰਨ ਲੱਭੋ। ਹੁਣ ਉਹਦੇ 'ਚ ਅਹਿਮ ਗੱਲ ਕੀ ਆਂਦੀ ਜੇ ਕਿ ਉਹ ਆਪਣੇ ਆਪ ਨੂੰ ਇੱਕ ਨਕਾਰਾ ਮਹਿਸੂਸ ਕਰਦੀਆਂ ਨੇ ਕਿ ਮੈਂ ਸਾਡੇ ਤੇ ਬੰਦਸ਼ਾਂ ਨੇ, ਸਾਡੇ ਭਰਾਵਾਂ ਨੂੰ ਖੁੱਲ੍ਹ ਦਿੱਤੀ ਜਾਂਦੀ ਜੇ, ਅਸੀਂ ਉਹ ਚੀਜ਼ਾਂ ਨਹੀਂ ਕਰ ਸਕਦੀਆਂ ਜੋ ਭਰਾ ਕਰ ਸਕਦੇ ਨੇ ਜਾਂ ਵੇਲੇ ਕੁ ਵੇਲੇ ਜਿਸ ਤਰੀਕੇ ਉਹਨਾਂ ਨੂੰ ਰਾਹ ਲੱਭੇ ਕਿ ਅੱਜ ਅਸੀਂ ਇੱਥੇ ਜਾ ਸਕਦੇ ਹਾਂ, ਅਸੀਂ ਫਲਾਣੀ ਪਾਰਟੀ ਕਰ ਸਕਦੇ ਹਾਂ, ਅੱਜ ਹੁੱਕਾ ਪਾਰਟੀ ਕਰ ਸਕਦੇ ਹਾਂ, ਅੱਜ ਅਸੀਂ ਸ਼ਰਾਬ ਪੀ ਸਕਦੇ ਹਾਂ। ਸੋ ਇਹੋ ਜਿਹੇ ਮਾਹੌਲ 'ਚੋਂ ਸਗੋਂ ਉਹ ਜ਼ਿਆਦਾ ਡਿਪਰੈਸ ਹੋ ਕੇ ਨਿਕਲਦੀਆਂ ਨੇ ਜਦੋਂ ਉਹਨਾਂ ਨੂੰ ਝਾੜ ਪੈਣੀ ਜਾਂ ਉਹਨਾਂ ਤੇ ਰੋਕ ਲੱਗਣੀ। ਸੋ ਉਹਨਾਂ ਨੂੰ ਆਪਣਾ ਨਿਤਾਣਾਪਣ ਮਹਿਸੂਸ ਹੁੰਦਾ ਹੈ ਕਿ ਮੈਂ ਜੰਮੀ ਹੋਈ ਕਿਉਂ ਕੁੜੀ, ਵੀ ਮੇਰੇ ਤੇ ਹੀ ਕਿਉਂ ਇਹ ਰਿਸਟ੍ਰਿਕਸ਼ਨਸ ਸ਼ੁਰੂ ਹੋ ਰਹੀਆਂ ਨੇ। ਹੁਣ ਕਾਰਨ ਇਹ ਬਣਦਾ ਜਾਂਦਾ ਜੇ ਕਿ ਅਸੀਂ ਉਹਨਾਂ ਨੂੰ ਕੋਈ ਏਮ ਨਹੀਂ ਦੇ ਸਕੇ ਕਿ ਕਿਸ ਪਾਸੇ ਤੁਸੀਂ ਵਧਣਾ ਜੇ, ਕੀ ਤੁਸੀਂ ਅਚੀਵ ਕਰਨਾ ਜੇ, ਪਰ ਉਹ ਰੋਕ ਇੰਨੀ ਤਗੜੀ ਹੁੰਦੀ ਹੈ ਕਿ ਉਹ ਬੇਟੀ ਨੂੰ ਕਈ ਵਾਰ ਉਹ ਬਰਦਾਸ਼ਤ ਨਹੀਂ ਹੁੰਦੀ। ਇਹਦੇ ਵਿੱਚ ਜਿਹੜਾ ਰੋਲ ਬਹੁਤ ਅਹਿਮ ਫੇਸਬੁੱਕ ਜਾਂ ਤੁਸੀਂ ਉਹ ਟ੍ਰੇਲਿੰਗ ਜਾਂ ਜਿਸ ਤਰੀਕੇ ਦੀ ਇਸ ਵੇਲੇ ਦੇਖਿਆ ਜਾ ਰਿਹਾ ਹੈ ਇੰਟਰਨੈਟ ਰਾਹੀਂ ਬੇਟੀਆਂ ਨੂੰ ਉਹਨਾਂ ਦੇ ਖ਼ਾਸ ਤੌਰ ਤੇ ਪਹਿਰਾਵੇ ਤੇ, ਉਹ ਭਾਈ ਇਹਦੇ ਚੁੰਨੀ ਹੈ ਨਹੀਂ, ਭਾਈ ਇਹਦੇ ਵਾਲ ਕਿੱਦਾਂ ਦੇ ਹੈ, ਇਹਦਾ ਮੂੰਹ ਕਿਸ ਤਰ੍ਹਾਂ ਦਾ ਹੈ, ਇਹਨੇ ਲਿਪਸਟਿਕ ਕਿੱਦਾਂ ਦੀ ਲਾਈ, ਇਹਦੇ ਭਰਵੱਟੇ ਕਿੱਦਾਂ ਦੇ ਨੇ, ਇਹਦਾ ਸਰੀਰ ਦਾ ਆਕਾਰ ਕਿਸ ਤਰ੍ਹਾਂ ਦਾ ਹੈ। ਇਹ ਬਹੁਤ ਅਹਿਮ ਕਾਰਨ ਯਾਨੀ ਨੰਬਰ 2 ਕਾਰਨ, ਪਹਿਲਾਂ ਤਾਂ ਮੈਂ ਦੱਸਿਆ ਉਹਨਾਂ ਦਾ ਤਿਰਸਕਾਰ ਜਾਂ ਉਹਨਾਂ ਤੇ ਰੋਕਾਂ। ਦੂਜਾ ਅਹਿਮ ਕਾਰਨ ਉਹਨਾਂ ਦੇ ਸਰੀਰਕ ਜੋ ਤੁਸੀਂ ਇਹ ਅਸੀਂ ਦੇਖਦੇ ਹਾਂ ਉਹਨਾਂ ਤੇ ਤਾਨੇ ਮਿਹਣੇ ਜਾਂ ਉਹਨਾਂ ਨੂੰ ਜਿਸ ਤਰੀਕੇ ਨੀਵਾਂ ਵਿਖਾਇਆ ਜਾਣਾ, ਉਹ ਇੱਕ ਅਹਿਮ ਮੁੱਦਾ ਬਣਦਾ ਜਾਂਦਾ ਜੇ ਜੋ ਬੇਟੀਆਂ ਆਪਣੀ ਦਿੱਖ ਨੂੰ ਸਿਰਫ ਵਧੀਆ ਬਣਾਉਣ ਦੇ ਪਿੱਛੇ ਉਹ ਇੰਨੀਆਂ ਕੁ ਸੀਵੀਅਰ ਡਿਪਰੈਸਡ ਹੋ ਜਾਂਦੀਆਂ ਕਿ ਮੇਰਾ ਰੰਗ ਇਹ ਨਹੀਂ ਜਾਂ ਮੇਰੇ ਵਾਲ ਇਸ ਤਰ੍ਹਾਂ ਦੇ ਨਹੀਂ ਜਾਂ ਮੇਰੇ ਚਿਹਰੇ ਤੇ ਮੇਰੇ ਬੁੱਲ ਕਿੱਦਾਂ ਦੇ ਹੋਣੇ ਚਾਹੀਦੇ ਨੇ, ਰਿਪੀਟਿਡ ਪਲਾਸਟਿਕ ਸਰਜਰੀਜ਼ ਕਰਵਾਉਂਦੀਆਂ ਨੇ, ਵਾਰ-ਵਾਰ ਯਾਨੀ ਕਦੇ ਆਪਣੀ ਦਿੱਖ ਨੂੰ ਬਿਹਤਰ ਬਣਾਉਣ ਲਈ ਕਿ ਕਿਵੇਂ ਨਾ ਕਿਵੇਂ ਮੈਨੂੰ ਆਪਣੇ ਜੋ ਫੇਸਬੁੱਕਾਂ ਤੇ ਇੰਟਰਨੈਟ ਤੇ ਮੈਨੂੰ ਵਾਹ-ਵਾਹੀ ਮਿਲ ਸਕੇ। ਉਹ ਚੀਜ਼ ਤੇ ਉਹਦੇ ਵਿੱਚ ਜਦੋਂ ਕਿਸੇ ਵੱਲੋਂ ਭੰਡੇ ਜਾਣਾ, ਇਹ ਬੇਟੀਆਂ ਬਰਦਾਸ਼ਤ ਨਹੀਂ ਕਰ ਸਕਦੀਆਂ ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਉਹਨਾਂ ਕੋਲ ਲੈਕ ਆਫ ਸਪੋਰਟ ਹੈ, ਉਹਨਾਂ ਦਾ ਕੋਈ ਵੀ ਸਿਸਟਮ ਪਿੱਛੋਂ ਨਹੀਂ ਹੈ ਬੈਕਅਪ, ਜਿਹੜਾ ਉਹਨਾਂ ਨੂੰ ਕਹਿ ਸਕੇ ਵੀ ਢੱਠੇ ਕੂਚ ਜਾਣੇ ਕਹਿਣ ਵਾਲੇ, ਤੁਸੀਂ ਆਪਣਾ ਏਮ ਲੱਭੋ ਤੇ ਤੁਸੀਂ ਤੁਰੋ ਅਗਾਂਹ। ਸੋ ਇਹ ਚੀਜ਼ਾਂ ਲਈ ਮੰਨਫੀ ਹੋਣ ਕਾਰਨ ਕਿ ਮਾਪੇ ਆਪਣੇ ਰੁਝੇਵਿਆਂ 'ਚ ਨੇ, ਘਰਾਂ ਵਿੱਚੋਂ ਪਿਆਰ ਬੇਟੀਆਂ ਨੂੰ ਮਿਲਦਾ ਨਹੀਂ। ਤੇ ਜਦੋਂ ਉਹ ਆਪਣੇ ਦੋਸਤਾਂ ਮਿੱਤਰਾਂ ਦੇ ਸਪੋਰਟ 'ਚ ਨਿਕਲਦੀਆਂ ਨੇ ਜੋ ਕਿ ਮੁੰਡਿਆਂ ਵਿੱਚ ਵੱਧ ਹੁੰਦਾ ਜੇ, ਤਾਂ ਇਹ ਬੇਟੀਆਂ ਇੰਨੀ ਇਕੱਠੀ ਨਹੀਂ ਹੋ ਸਕਦੀਆਂ, ਉਹਨਾਂ 'ਚੋਂ ਕਈ ਕੁਛ ਰਿਲੇਸ਼ਨਸ਼ਿਪ ਵਿੱਚ ਹੋਣ, ਉਹ ਵੱਖ ਹੋ ਜਾਂਦੀਆਂ ਨੇ ਜਾਂ ਕੋਈ ਆਪਣੇ ਘਰੋਂ ਹੀ ਕਿਸੇ ਡਰ ਖੁਣੋਂ ਇਹੋ ਜਿਹੀ ਬੇਟੀ ਦੀ ਸਪੋਰਟ ਲਈ ਅਗਾਂਹ ਨਹੀਂ ਆਉਂਦੀਆਂ। ਸੋ ਇਹ ਬੇਟੀਆਂ ਬੜੀਆਂ ਸੌਖੀਆਂ ਭਰਮਾਈਆਂ ਜਾਂਦੀਆਂ ਨੇ, ਕਿਸੇ ਨਾ ਕਿਸੇ ਰਿਸ਼ਤੇ ਵਿੱਚ ਅੜ ਜਾਂਦੀਆਂ ਨੇ, ਫਿਰ ਉੱਥੋਂ ਜਦੋਂ ਧੋਖਾ ਮਿਲਦਾ ਹੈ ਜਾਂ ਸਰੀਰਕ ਸ਼ੋਸ਼ਣ ਕਰਵਾ ਬੈਠਦੀਆਂ ਨੇ, ਫਿਰ ਵੀ ਖੁਦਕੁਸ਼ੀ ਦਾ ਹੀ ਰਾਹ ਉਹਨਾਂ ਕੋਲ ਬਚਦਾ ਜੇ। ਮੈਡਮ ਇੱਕ ਇੱਕ ਮੇਰੇ ਮਨ 'ਚ ਬੜਾ ਅਹਿਮ ਸਵਾਲ ਆ ਰਿਹਾ ਕਿ ਜਦੋਂ ਅਸੀਂ
ਅਮਰੀਕਾ ਦੀ ਜਾਂ ਹੋਰਨਾਂ ਮੁਲਕਾਂ ਦੀ ਰਿਪੋਰਟ ਸਾਹਮਣੇ ਲੈ ਕੇ ਆਉਂਦੇ ਆ, ਖੁਦਕੁਸ਼ੀਆਂ ਨੂੰ ਲੈ ਕੇ ਜਾਂ ਉੱਥੇ ਜੋ ਕੁਝ ਸ਼ੋਸ਼ਣ ਨੂੰ ਲੈ ਕੇ ਹੋ ਰਿਹਾ, ਖਾਸ ਕਰ ਲੜਕੀਆਂ ਦੇ, ਔਰਤਾਂ ਦੇ ਵਿੱਚ, ਤਾਂ ਉਹਦੇ ਵਿੱਚ ਉੱਥੇ ਰਹਿੰਦੇ ਭਾਰਤੀ ਸਮਾਜ ਬਾਰੇ ਵੀ ਕੋਈ ਅੰਕੜੇ ਹੈਗੇ ਨੇ? ਤੇ ਜਦੋਂ ਅਸੀਂ ਭਾਰਤੀ ਸਮਾਜ ਦੀ ਗੱਲ ਕਰਦੇ ਆ, ਆਜ਼ਾਦੀ ਦੇ ਮਾਇਨੇ ਕੀ ਨੇ ਔਰਤਾਂ ਨੂੰ ਲੈ ਕੇ? ਕੀ ਅੰਗ ਪ੍ਰਦਰਸ਼ਨ ਨੂੰ ਅਸੀਂ ਆਜ਼ਾਦੀ ਦਾ ਹਿੱਸਾ ਮੰਨ ਸਕਦੇ ਆ, ਜਾਂ ਜਿਹੜੀ ਖੁੱਲ ਉਹ ਆਜ਼ਾਦੀ ਦੇ ਨਾਮ ਤੇ ਔਰਤਾਂ ਕਹਿੰਦੀਆਂ ਨੇ ਕਿ ਸਾਨੂੰ ਹੋਣੀ ਚਾਹੀਦੀ ਆ, ਤਾਂ ਉਹ ਖੁੱਲ ਮਤਲਬ ਕਿ ਕਿਹੜੀ ਆ? ਕੀ ਉਹਨੂੰ ਅਸੀਂ ਡਿਫਾਈਨ ਕਰ ਸਕਦੇ ਆ ਕਿ ਕੀ ਲੜਕਿਆਂ ਦੇ ਵਿੱਚ ਜਿਹੜੀ ਚੀਜ਼ ਆ, ਜਾਂ ਜਿਹੜੇ ਦਾਇਰੇ ਦੇ ਵਿੱਚ ਲੜਕੇ ਰਹਿੰਦੇ ਨੇ, ਕੀ ਔਰਤਾਂ ਉਸ ਦਾਇਰੇ ਦੇ ਵਿੱਚ ਰਹਿ ਕੇ ਉਸ ਨੂੰ ਆਜ਼ਾਦੀ ਕਹਿ ਸਕਦੀਆਂ ਨੇ, ਜਾਂ ਉਸ ਤੋਂ ਹੋਰ ਵੀ ਬਾਹਰ ਜਾਣਾ ਚਾਹੁੰਦੀਆਂ? ਤੇ ਉਹ ਕੀ ਆ? ਜਿਵੇਂ ਆਪਾਂ ਪਿਛਲੇ ਦਿਨਾਂ ਤੋਂ ਦੇਖਦੇ ਆ, ਖਬਰਾਂ ਕਾਫੀ ਲਿਵ ਇਨ ਰਿਲੇਸ਼ਨ ਦੀਆਂ ਵੀ ਸਾਹਮਣੇ ਆ ਰਹੀਆਂ ਕਿ ਕੋਈ ਕਿਸੇ ਦਾ ਕਤਲ ਕਰ ਦਿੰਦਾ ਹੈ, ਜਾਂ ਲੜਕੀਆਂ ਤੇ ਲੜਕਿਆਂ ਦੇ ਮਾਮਲੇ ਦੇ ਵਿੱਚ ਇਹੋ ਜਿਹੇ ਕੇਸ ਲਗਾਤਾਰ ਸਾਹਮਣੇ ਆਉਂਦੇ ਨੇ। ਖਾਸ ਕਰ ਜਦੋਂ ਅਸੀਂ ਲੜਕੀਆਂ ਦੀ ਗੱਲ ਕਰਦੇ ਆ, ਤਾਂ ਦਿੱਲੀ ਦੀਆਂ ਰਿਪੋਰਟਾਂ ਤੁਹਾਡੇ ਸਾਡੇ ਸਭ ਦੇ ਸਾਹਮਣੇ ਨੇ। ਤਾਂ ਇਸ ਸਭ ਤੋਂ ਸਵਾਲ ਉੱਠਦਾ ਕਿ ਆਖਿਰਕਾਰ ਆਜ਼ਾਦੀ ਦੇ ਮਾਇਨੇ ਕੀ ਨੇ? ਇੱਕ ਪਰਿਵਾਰ ਜਿਹੜਾ ਪਰਵਰਿਸ਼ ਕਰਦਾ ਬੱਚੀ ਦੀ ਜਾਂ ਬੱਚਿਆਂ ਦੀ ਪਰਵਰਿਸ਼ ਕਰਦਾ, ਤੇ ਬਾਅਦ ਦੇ ਵਿੱਚ ਜਦੋਂ ਉਹਨੂੰ ਇਹੋ ਜਿਹੇ ਨਤੀਜੇ ਭੁਗਤਣੇ ਪੈਂਦੇ ਨੇ, ਕਿਉਂਕਿ ਉਹ ਸਵਾਲ ਆ ਕੇ ਸਾਡੇ ਸਮਾਜ ਵਿੱਚ ਪਰਿਵਾਰ ਤੇ ਖੜਾ ਹੋ ਜਾਂਦਾ, ਕਿਉਂਕਿ ਇੱਥੇ ਪਰਿਵਾਰ ਨੂੰ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ। ਅ, ਦੇਖੋ, ਤੁਹਾਡਾ ਸਵਾਲ ਬਹੁਤ ਡੂੰਘਾ ਜੇ। ਇਹਦਾ ਜੀ ਜਵਾਬ ਹਾਂ ਜਾਂ ਨਾ ਵਿੱਚ ਦੇਣਾ ਮੈਨੂੰ ਲੱਗਦਾ ਸ਼ਾਇਦ ਔਖਾ ਹੈ। ਜੀ ਮੈਂ ਆਪਣੇ ਪੱਧਰ ਤੇ ਕਵਾਂ ਜਾਂ ਸਮਾਜ ਕਵੇ ਬਈ ਅੰਗ ਪ੍ਰਦਰਸ਼ਨ ਕਿਸੇ ਵੀ ਪਾਸਿਓਂ ਖੁੱਲ੍ਹ ਜਾਂ ਆਜ਼ਾਦੀ ਦਾ ਚਿੰਨ੍ਹ ਨਹੀਂ ਹੈ, ਤਾਂ ਇੱਕ ਦੂਜਾ ਪੱਖ ਸ਼ਾਇਦ ਅਸੀਂ ਅਣਗੌਲਿਆਂ ਕਰ ਰਹੇ ਹੋਵਾਂਗੇ, ਜਿਹਦੇ ਵਿੱਚ ਕੌਣ ਜੇ ਜਿਹੜਾ ਇਹਨਾਂ ਨੂੰ ਭਰਮਾਉਂਦਾ ਜੇ ਕਿ ਤੁਸੀਂ ਤਾਂ ਹੀ ਅਗਾਂਹ ਲੰਘ ਸਕੋਗੀਆਂ ਜੇ ਤੁਹਾਡੇ ਅੰਗ ਪ੍ਰਦਰਸ਼ਨ ਦੇ ਵਿੱਚ ਬਾਕੀਆਂ ਨਾਲੋਂ ਬਿਹਤਰੀ ਹੋਵੇਗੀ। ਇਹ ਕੌਣ ਨੇ? ਯਾਨੀ ਇਹ ਸਮਾਜ ਦੇ ਵਿੱਚ ਕੋਈ ਨਾ ਕੋਈ ਤਾਂ ਹੈ ਨਾ, ਕੋਈ ਔਰਤ ਤਾਂ ਨਹੀਂ ਉਹਨਾਂ ਨੂੰ ਪ੍ਰਵੋਕ ਕਰ ਰਹੀ। ਇਹਦਾ ਮਤਲਬ ਹੈ ਕਿ ਉਹ ਬੇਟੀਆਂ ਜਿਹੜੀਆਂ ਘਰੋਂ ਆਪਣੇ ਆਪ ਨੂੰ ਵਰਥਲੈਸ, ਨਕਾਰਾ ਮੰਨਦੀਆਂ ਕਿ ਮੇਰੀ ਕਿਤੇ ਕੁਛ ਪ੍ਰਤੀਤ ਨਹੀਂ, ਤੇ ਜੇ ਮੈਂ ਲਾਈਮਲਾਈਟ 'ਚ ਆਉਣਾ ਹੈ, ਮੈਨੂੰ ਕੋਈ ਵੇਖਣਾ ਚਾਹਵੇ ਕਿ ਮੈਂ ਅਗਾਂਹ ਵਧਣਾ ਹੈ, ਤਾਂ ਮੈਨੂੰ ਆਹ ਇੱਕ ਮੌਕਾ ਦੇ ਰਿਹਾ ਬੰਦਾ ਜਿਹੜਾ ਕਹਿੰਦਾ ਹੈ ਕਿ ਜਿੰਨਾ ਵੱਧ ਅੰਗ ਪ੍ਰਦਰਸ਼ਨ ਕਰੇਂਗੀ, ਓਨਾ ਮੈਂ ਤੈਨੂੰ ਵੱਧ ਪੈਸੇ ਦੇਵਾਂਗਾ, ਓਨਾ ਤੇਰੀ ਵੱਧ ਵਾਹ-ਵਾਹੀ ਹੋਏਗੀ, ਓਨੀ ਤੇਰੇ ਵਿਊਜ਼ ਵੱਧ ਹੋਣਗੇ, ਕਮਾਈ ਵੱਧ ਹੋਏਗੀ। ਤਾਂ ਇਹ ਸੁਖਵਿੰਦਰ ਜੀ ਕਰਨ ਵਾਲੇ ਕੌਣ ਨੇ? ਇਹਨਾਂ ਨੂੰ ਵੇਖਦਿਆਂ ਕਿ ਉਹ ਬੇਟੀਆਂ ਜਿਹੜੀਆਂ ਤਿਰਸਕਾਰ ਦਾ ਸ਼ਿਕਾਰ ਨੇ, ਜਿਹੜੀਆਂ ਤਰਸ ਦੇ ਪਾਤਰ ਬਣ ਚੁੱਕੀਆਂ ਨੇ, ਜਿਨ੍ਹਾਂ ਕੋਲ ਪੈਸੇ ਨਹੀਂ ਨੇ, ਉਹਨਾਂ ਚੋਂ ਕਿੰਨੀਆਂ ਹੋਣਗੀਆਂ ਜਿਹੜੀਆਂ ਭਰਮਾਈਆਂ ਜਾਣਗੀਆਂ ਕਿ ਜੇ ਮੈਂ ਅਗਾਂਹ ਲੰਘਣਾ ਹੈ, ਤਾਂ ਸਭ ਤੋਂ ਸੌਖਾ ਤਰੀਕਾ, ਮੈਨੂੰ ਪੜ੍ਹਨ ਦੀ ਲੋੜ ਨਹੀਂ, ਪੈਸੇ ਲਾਉਣ ਦੀ ਲੋੜ ਨਹੀਂ। ਜੇ ਮੈਂ ਸਿਰਫ਼ ਇਹੀ ਕਰ ਸਕਾਂ, ਤਾਂ ਮੈਨੂੰ ਬਹੁਤ ਕੁਛ ਅਗਾਂਹ ਲਿਜਾਇਆ ਜਾਏਗਾ। ਤੁਸੀਂ ਅੱਜ ਦੇ ਦਿਨ ਇੱਕ ਸੰਜੀਦਾ ਪ੍ਰੋਗਰਾਮ ਕਰ ਲਓ, ਇੱਕ ਅੰਗ ਪ੍ਰਦਰਸ਼ਨ ਕਰਦਿਆਂ ਦੇਖ ਲਓ, ਮੈਨੂੰ ਦੱਸ ਦੇਣਾ ਵਿਊਜ਼ ਕਿਹਦੇ ਵੱਲ ਵੱਧ ਨੇ ਤੇ ਕੌਣ ਨੇ ਉਹ ਵਿਊਜ਼ ਦੇਣ ਵਾਲੇ। ਤੋ ਬਿਲਕੁਲ। ਗੱਲ ਤਾਂ ਉੱਥੇ ਨਿਬੜਦੀ ਹੈ ਕਿ ਅਸੀਂ ਜੇ ਨਾ ਕਰ ਵੀ ਦਈਏ ਕਿ ਔਰਤ ਦੀ ਆਜ਼ਾਦੀ ਇਹਦੇ ਨਾਲ ਨਹੀਂ ਜੁੜੀ ਹੋਈ, ਪਰ ਇਸ ਨੂੰ ਪ੍ਰਮੋਟ ਕਰ ਕੌਣ ਰਿਹਾ ਹੈ? ਤਾਂ ਉਹ ਜਿਹੜੇ ਨਤੀਜੇ ਭੁਗਤਣੇ ਪੈਂਦੇ ਨੇ, ਮੈਂ ਬਿਲਕੁਲ ਇਹ ਨਹੀਂ ਕਿਹਾ ਕਿ ਸੰਜੀਦਾ ਪ੍ਰੋਗਰਾਮ ਸੁਣੇ ਨਹੀਂ ਜਾਂਦੇ। ਮੈਂ ਨਹੀਂ ਕਿਹਾ ਕਿ ਕਿਤੇ ਲੋਰੀਆਂ ਦੀ ਕਮੀ ਹੋ ਗਈ ਜਾਂ ਕਿਤੇ ਜੰਗ ਦੇ ਵਿੱਚ ਜੋ ਤੁਸੀਂ ਜੁਝਾਰੂ ਲੋਕ ਨੇ, ਉਹਨਾਂ ਵਿੱਚ ਕਿਤੇ ਕਮੀ ਹੋਈ ਜਾਂ ਉਹਨਾਂ ਦੀ ਸੋਚ ਵਿੱਚ ਕਿਤੇ ਕੋਈ ਗੜਬੜੀ ਹੋਈ ਹੋਵੇ। ਪਰ ਗੱਲ ਇਹ ਹੈ ਕਿ ਔਰਤ ਦੀ ਗੱਲ ਜਦੋਂ ਆਉਂਦੀ ਜੇ, ਉਹਦਾ ਪਹਿਲੀ ਚੀਜ਼ ਜੋ ਮਾਨਸਿਕ ਸਾਡੀ ਸਥਿਤੀ ਵੱਡੀ ਗਿਣਤੀ ਲੋਕਾਂ ਦੀ ਬਣ ਚੁੱਕੀ ਹੈ, ਇੱਕ ਜਿਸਮ ਤੱਕ ਸੀਮਤ ਕਰ ਦਿੱਤਾ। ਜੇ ਕੋਈ ਲਾਇਕ ਔਰਤ ਕੋਈ ਕੰਮ ਦੀ ਗੱਲ ਵੀ ਕਰਦੀ ਹੋਵੇ, ਕਦੇ ਵੀ ਵਕਤ ਕੱਢਿਓ ਜੇ ਤੁਹਾਨੂੰ। ਵੈਸੇ ਤਾਂ ਅਸੀਂ ਬਤੌਰ ਇੱਕ, ਮੈਂ ਸਾਈਕੋਲੋਜਿਸਟ ਦੱਸ ਰਹੀ ਹਾਂ, ਅਸੀਂ ਕਹਿੰਦੇ ਇਹ ਆ ਕਿ ਵਿਊਜ਼ ਵੇਖਣੇ ਹੀ ਨਹੀਂ ਹੁੰਦੇ, ਬਿਲਕੁਲ ਨਹੀਂ ਦੇਖਣੇ ਹੁੰਦੇ, ਕਿਉਂਕਿ ਤੁਸੀਂ ਆਪਣੀ ਗੱਲ ਆਪਣੀ ਸੋਚ ਦੇ ਮੁਤਾਬਕ ਕਰਨੀ ਹੈ ਤੇ ਮੂਰਖ ਹੈ ਨਾਲ ਲੂਝੀਏ, ਉਹਨਾਂ ਨੇ ਆਪਣੀ ਸੋਚ ਦੇ ਮੁਤਾਬਕ ਕਰਨੀ। ਪਰ ਜੇ ਕਦੇ ਝਾਤ ਮਾਰੋਗੇ, ਤਾਂ ਜੇ ਕੋਈ ਸੂਝਵਾਨ ਔਰਤ ਗੱਲ ਕਰਦੀ ਹੋਏਗੀ ਨਾ, ਉਹਦੇ ਭਰਵੱਟੇ ਕਿੱਦਾਂ ਦੇ ਨੇ, ਉਹਦੀ ਪਹਿਰਾਵਾ ਕਿੱਦਾਂ ਦਾ ਹੈ, ਉਹਦੇ ਤੇ ਵੱਧ ਕਮੈਂਟਸ ਹੋਣਗੇ, ਨਾ ਕਿ ਇਹਦੇ ਤੇ ਕਿ ਉਹਨੇ ਜੋ ਗੱਲ ਕੀਤੀ ਕਿ ਉਹ ਵਾਕਈ ਸੋਚਣਯੋਗ ਸੀ, ਸਮਝਣਯੋਗ ਜੇ, ਜਾਂ ਉਹਦੇ ਉੱਤੇ ਕੁਝ ਪੋਜ਼ਿਟਿਵ ਕਰ ਸਕਦੇ ਆ। ਤੋ ਇਹ ਗੱਲਾਂ ਨੇ ਜਿਹੜੀਆਂ ਇੱਕ ਉਸ ਬੇਟੀ ਨੂੰ ਜਿਹਦੀ ਘਰੋਂ ਸਪੋਰਟ ਨਹੀਂ ਹੈ, ਜੋ ਓਵਰ ਪ੍ਰੋਟੈਕਟਿਵ ਦੱਬੀ ਗਈ, ਤਾਂ ਹੀ ਉਹ ਇੱਕ ਬਗਾਵਤ ਸੁਰ ਨਾਲ ਨਿਕਲਦੀ ਜੇ ਵੀ ਮੈਂ ਇੱਥੇ ਪਿੰਡ ਵਿੱਚ ਦੱਬੀ ਸੀ, ਬੰਦ ਸੀ,
ਮੈਂ ਆ ਗਈ ਹੁਣ ਜਹਾਜ਼ ਉਤਰੀ ਆ ਤੇ ਮੈਂ ਕੈਨੇਡਾ ਗਈ ਤੇ ਭੁਆ ਕੇ ਮੈਂ ਚੁੰਨੀ ਪਰੇ ਮਾਰੀ ਤੇ ਆ ਲਓ ਮੈਂ ਸ਼ਰਾਬ ਪੀ ਸਕਦੀ ਆ, ਮੈਂ ਰਾਤ ਨੂੰ ਘੁੰਮ ਸਕਦੀ ਆ, ਮੈਂ ਕੱਪੜੇ ਘੱਟ ਕਰ ਸਕਦੀ ਆ। ਇੱਕ ਬਗਾਵਤੀ ਸੁਰ ਉਹਦੀ ਸ਼ੁਰੂ ਹੁੰਦੀ ਜੇ ਕਿਉਂਕਿ ਉਹਨੂੰ ਸ਼ੁਰੂ ਤੋਂ ਉਹ ਆਜ਼ਾਦੀ ਨਹੀਂ ਮਿਲੀ ਜਿਹੜੀ ਉਹਦੇ ਭਰਾ ਨੂੰ ਮਿਲਦੀ ਰਹੀ ਕਿ ਕੀ ਮੈਂ ਵੀ ਆਪਣੀਆਂ ਸਹੇਲੀਆਂ ਨਾਲ ਰਾਤ ਜਾ ਕੇ 10 ਵਜੇ ਤੱਕ ਵਾਪਸ ਮੁੜ ਸਕਦੀ ਆ ਜਾਂ 11 ਵਜੇ ਮੁੜ ਸਕਦੀ ਆ। ਕਿ ਮੇਰਾ ਅੱਜ ਚਿੱਤ ਕਰਦਾ ਸੀ ਸਾਰੀਆਂ ਸਾਈਕਲ ਚਲਾਉਂਦੀਆਂ ਸ਼ਾਮ ਨੂੰ ਅਸੀਂ ਵੀ 10 ਤੋਂ 11 ਇੱਕ ਗੇੜਾ ਲਾ ਕੇ ਆਉਂਦੀਆਂ, ਕੀ ਤੁਹਾਨੂੰ ਲੱਗਦਾ ਜੇ ਕਿ ਉਹ ਸੁਰੱਖਿਅਤ ਹੋਣਗੀਆਂ? ਇਹ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਵਿੱਚ ਇੱਕ ਬਹੁਤ ਅਹਿਮ ਨੁਕਤਾ ਦੱਸਣਾ ਚਾਹੁੰਦੀ ਹਾਂ, ਜੋ ਤੀਸਰਾ ਨੁਕਤਾ ਸਾਡੇ ਕੋਲ ਸਾਹਮਣੇ ਆ ਰਿਹਾ ਜੇ ਬਾਂਝਪਨ। ਹੈਰਾਨ ਹੋਵੋਗੇ ਜੇ ਮੈਂ ਦੱਸਾਂਗੀ, ਬਰਾਬਰ ਦੇ ਅੰਕੜੇ ਲਗਭਗ ਨੇ, ਓਨੇ ਹੀ ਕਾਰਨ ਮਰਦ ਵਿੱਚ ਹੁੰਦੇ ਨੇ, ਜਿੰਨੇ ਔਰਤ ਵਿੱਚ। ਅਫਸੋਸ ਕਿ ਜਿਹੜੇ ਅੰਕੜੇ ਮਰਦ ਵਿੱਚ ਹੋਣ, ਬਹੁਤੀ ਵਾਰ ਉਹ ਦੱਬ ਲਏ ਜਾਂਦੇ ਨੇ, ਕਸੂਰਵਾਰ ਔਰਤ ਠਹਿਰਾ ਦਿੱਤੀ ਜਾਂਦੀ ਜੇ ਤੇ ਜਿਸ ਤਰੀਕੇ ਸਮਾਜ ਉਹਨੂੰ ਤਿਰਸਕਾਰ ਉਹਨਾਂ ਦੀ ਭਾਵਨਾ ਨਾਲ ਝਾਕਦਾ ਜੇ ਜਾਂ ਜਿਵੇਂ ਪੇਕਿਓਂ ਸਹੁਰਿਓਂ ਉਹਨੂੰ ਸੁਣਨਾ ਪੈਂਦਾ ਜੇ, ਇਹ ਇੱਕ ਅਹਿਮ ਕਾਰਨ ਖੁਦਕੁਸ਼ੀ ਦਾ ਬਣਦਾ ਜਾਂਦਾ ਜੇ ਔਰਤਾਂ 'ਚ। ਹੁਣ ਇਹਦੇ ਨਾਲ ਕਿ ਤੁਸੀਂ ਜਿਹੜੀ ਮੈਂ ਇੱਕ ਹੋਰ ਚੀਜ਼ ਤੁਹਾਨੂੰ ਸਾਂਝੀ ਕਰਾਂ ਕਿ ਜਿਸ ਤਰੀਕੇ ਦੀ ਅਸੀਂ ਡਿਪੈਂਡੈਂਸ ਔਰਤ ਨੂੰ ਦਿੰਨੇ ਆ, ਯਾਨੀ ਔਰਤ ਕਮਾਉਂਦੀ ਵੀ ਹੈ ਤਾਂ ਸਾਰੇ ਪੈਸੇ ਘਰ ਆ ਕੇ ਦਿਓ, ਸਾਂਝੇ ਹੋਣੇ ਚਾਹੀਦੇ ਨੇ। ਜੇ ਉਹਨੇ ਕੁਝ ਖਰੀਦਣਾ ਹੈ ਵਿਆਹ ਤੋਂ ਪਹਿਲਾਂ ਵੀ ਜਾਂ ਬਾਅਦ ਵਿੱਚ ਵੀ, ਤਾਂ ਉਹਦੇ ਤੇ ਵੀ ਕਿੰਤੂ ਪ੍ਰੰਤੂ, ਆਹ ਕਿਉਂ ਲੈ ਲਿਆ, ਇਸ ਤਰ੍ਹਾਂ ਕਿਉਂ ਲੈ ਲਿਆ, ਘਰ 'ਚ ਹੋਰ ਚੀਜ਼ ਦੀ ਲੋੜ ਸੀ। ਤਾਂ ਉਹ ਜਿਹੜੀਆਂ ਬੰਦਸ਼ਾਂ ਔਰਤ ਸਾਰਾ ਵਕਤ ਸਹਿੰਦੀ ਜੇ ਨਾ ਕਿ ਭਾਵੇਂ ਉਹ ਆਪ ਕਮਾਊ ਵੀ ਹੈ, ਫਿਰ ਵੀ ਉਹਨੂੰ ਚਾਰੇ ਪਾਸਿਓਂ ਜਿਵੇਂ ਜਕੜਿਆ ਹੁੰਦਾ ਜੇ, ਉਹ ਕਾਰਨ ਜੇ ਜਿਹੜੀ ਨਾਨ ਐਡਜਸਟਮੈਂਟ ਸਦਕਾ ਇਹ ਬਹੁਤ ਸਾਰੀਆਂ ਸਾਡੀਆਂ ਬੇਟੀਆਂ, ਨੌਜਵਾਨ ਬੇਟੀਆਂ ਜੋ ਉਦੋਂ ਐਡਜਸਟ ਨਹੀਂ ਕਰ ਸਕਦੀਆਂ, ਜਿਸ 'ਚ ਅਹਿਮ ਰੋਲ ਮੈਂ ਮਾਪਿਆਂ ਦਾ ਵੀ ਤੇ ਸੋਸ਼ਲ ਮੀਡੀਆ ਦਾ ਵੀ ਗਿਣਦੀ ਹਾਂ, ਜਿੱਥੇ ਝਟਪਟ ਫ਼ੋਨ ਕਰ ਲੈਣੇ, ਝਟਪਟ ਮਾਪਿਆਂ ਵੱਲੋਂ ਆ ਜਾਣਾ, ਅਸੀਂ ਦੇਖਦੇ ਹਾਂ, ਉਹ ਕਾਰਨ ਨਾਲੋਂ ਜੇ ਕਿਤੇ ਇਹਦੇ 'ਚ ਸਹਿਜ ਢੰਗ ਨਾਲ ਮਾੜਾ-ਮੋਟਾ ਉੱਚੀ-ਨੀਵੀਂ ਗੱਲ ਵੇਖੋ ਨਾ ਹਰ ਟੱਬਰ ਵਿੱਚ ਹੁੰਦੀ ਜੇ। ਜੇ ਸਾਡੀਆਂ ਕਿਤੇ ਬੇਟੀਆਂ ਨੂੰ ਇੰਨੀ ਕੁ ਗੱਲ ਸਮਝ ਆ ਜਾਵੇ ਕਿ ਹਰ ਨਿੱਕੀ-ਮੋਟੀ ਗੱਲ ਤੇ ਆਪਾਂ ਤੋੜ-ਵਿਛੋੜਾ ਨਹੀਂ ਕਰਨਾ ਹੁੰਦਾ, ਨਾ ਮਨ ਨੂੰ ਲਾ ਲੈਣਾ ਹੁੰਦਾ ਹੈ। ਨਿੱਕੀ-ਮੋਟੀ ਗੱਲ ਤਾਂ ਹਰ ਘਰ ਵਿੱਚ ਹੁੰਦੀ ਹੈ, ਜੇ ਉਹਨੂੰ ਅਸੀਂ ਸਹਿਜ ਢੰਗ ਨਾਲ ਉਹ ਸਮਾਂ ਟਪਾ ਲਈਏ, ਤਾਂ ਅੱਗੋਂ ਫਿਰ ਸੁਖਾਲਾ ਸਮਾਂ ਆ ਜਾਂਦਾ ਜੇ। ਪਰ ਉਹ ਕਿਉਂਕਿ ਅਸੀਂ ਸਮਾਂ ਹੀ ਨਹੀਂ ਦਿੰਦੇ ਮਨ ਨੂੰ ਸਹਿਜ ਹੋਣ ਦਾ, ਸੋ ਉਹ ਇੱਕਦਮ ਭੜਕ ਜਾਣਾ ਜਿਹੜਾ ਸਾਨੂੰ ਇੱਕਦਮ ਵੀਣੀ ਕੱਟ ਲੈਣੀ, ਮੈਂ ਬਸ ਪੱਖੇ ਨਾਲ ਲਟਕਣ ਲੱਗੀ ਆਂ, ਜਿਹਦੇ ਵਿੱਚ ਮਾਪੇ ਜੇ ਕਿਤੇ ਦੋਨੋਂ ਪਾਸਿਆਂ ਦੇ ਇੱਕ ਪੋਜ਼ਿਟਿਵ ਰੋਲ ਅਦਾ ਕਰ ਜਾਣ। ਹੁਣ ਮਿਸਾਲ ਵਜੋਂ ਇੱਕ ਲਿਵ ਇਨ ਰਿਲੇਸ਼ਨਸ਼ਿਪ, ਤੁਸੀਂ ਜਾਂ ਮੈਂ ਹੱਕ ਵਿੱਚ ਹੋਈਏ ਜਾਂ ਨਾ ਹੋਈਏ, ਰਿਲੇਸ਼ਨਸ਼ਿਪ ਹੋ ਗਿਆ। ਹੁਣ ਉਹਦੇ ਵਿੱਚ ਕੀ ਬੇਟੀ ਦੇ ਮਾਪਿਆਂ ਨੇ ਕਿਸੇ ਪਾਸਿਓਂ ਉਹਨੂੰ ਸਪੋਰਟ ਦਿੱਤਾ ਕਿ ਤਿਰਸਕਾਰ ਕੀਤਾ, ਦਫ਼ਾ ਹੋ, ਨਿਕਲ ਗਈ, ਮਰ ਭਾਵੇਂ ਕੱਪ, ਅਸੀਂ ਕੱਖ ਤੇਰੇ ਤੋਂ ਲੈਣਾ ਦੇਣਾ ਨਹੀਂ। ਉਹ ਬੇਟੀ ਕਿੱਥੇ ਜਾਏਗੀ? ਉਹਦੇ ਨਾਲ ਉਹੀ ਵਾਪਰੇਗਾ ਜੋ ਹੁਣ ਹੋ ਰਿਹਾ। ਤੇ ਜੇ ਕਿਤੇ ਉਹਦਾ ਸਪੋਰਟ ਸਿਸਟਮ ਪਹਿਲਾਂ ਬਣੇ ਹੁੰਦੇ, ਉਹਨੂੰ ਇਹ ਲੋੜ ਹੀ ਨਾ ਪੈਂਦੀ ਲਿਵ-ਇਨ ਦੀ, ਉਹਨੂੰ ਪਤਾ ਹੁੰਦਾ ਮੈਂ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਦੀ ਹਾਂ। ਇਹ ਮਾਪੇ ਮੇਰੇ ਹੀ ਨੇ, ਮੇਰੀ ਪੀੜ ਸਮਝਦੇ ਨੇ, ਉਹਨਾਂ ਨੂੰ ਸਮਾਂ ਦਿਓ, ਸ਼ਾਮ ਨੂੰ ਉਹਨਾਂ ਦੀਆਂ ਗੁਲਝਣਾਂ ਜਿਹੜੀਆਂ ਉਲਝਣਾਂ ਸੁਲਝਾਈਏ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ 'ਚ ਬਹੁਤ ਜ਼ਿਆਦਾ ਛੇਤੀ ਅਸੀਂ ਸੁਖਾਲਾ ਮਾਹੌਲ ਸਿਰਜ ਸਕਦੇ ਹਾਂ? ਫਿਰ ਉੱਤੋਂ ਜਿਹੜੀ ਅਸੀਂ ਇੱਕ ਪੋਸਟਪਾਰਟਮ ਡਿਪਰੈਸ਼ਨ ਜਿਹਨੂੰ ਸਾਨੂੰ ਪਤਾ ਹੀ ਨਹੀਂ ਕਿ ਬੱਚਾ ਜੰਮਣ ਤੋਂ 1 ਸਾਲ ਬਾਅਦ ਤੱਕ ਵੀ ਇਹ ਡਿਪਰੈਸ਼ਨ ਸੀਵੀਅਰ ਰਹਿ ਜਾਂਦੀ ਜੇ, ਜਿਹਨੂੰ ਅਣਗੌਲਿਆਂ ਕਰਦਿਆਂ ਅਸੀਂ ਸਮਝ ਹੀ ਨਹੀਂ ਸਕਦੇ ਕਿ ਕਿਸ ਹਾਲ 'ਚੋਂ ਉਹ ਮਾਨਸਿਕ ਤਣਾਅ 'ਚੋਂ ਲੰਘ ਰਹੀ ਹੈ ਔਰਤ, ਉਹ ਕਿਸ ਤਰੀਕੇ ਉਦੋਂ ਖੁਦਕੁਸ਼ੀ ਤੱਕ ਚਲੀ ਜਾਂਦੀ ਹੈ, ਪਾਗਲਪਨ ਤੱਕ ਉਹਦਾ ਪਹੁੰਚ ਜਾਣਾ, ਉਹ ਸ਼ਾਇਦ ਸਾਡੇ ਧਿਆਨ ਹਿੱਤ ਨਹੀਂ ਹੈ, ਜੋ ਇੱਕ ਇਹ 5ਵਾਂ ਕਾਰਨ ਅਹਿਮ ਬਣਦਾ ਜਾਂਦਾ ਜੇ। ਤੇ ਇਸੇ ਤਰ੍ਹਾਂ ਪ੍ਰੀ ਮੈਂਸਟਰਲ ਟੈਨਸ਼ਨ ਜਿਹੜੀ ਕਿ ਯਾਨੀ ਮਾਹਵਾਰੀ ਤੋਂ ਪਹਿਲਾਂ ਦਾ ਤਣਾਓ, ਜੋ ਨਹੀਂ ਉਹਦੀ ਚਿੜਚਿੜਾਪਨ ਨੂੰ ਨਹੀਂ ਸਮਝਿਆ ਜਾਂਦਾ, ਉਦੋਂ ਉਹਨੂੰ ਮਾਰ ਕੁਟਾਈ ਕਰਨੀ, ਝਿੜਕਣਾ ਜਾਂ ਉਹਦੇ ਨਾਲ ਬੋਲਣਾ, ਉਹ ਵੀ ਕਈ ਵਾਰ ਅਟੈਂਪਟਡ ਸੁਇਸਾਈਡ ਤੱਕ ਪਹੁੰਚ ਜਾਂਦਾ ਜੇ ਕਿਉਂਕਿ ਉਹਦੀ ਉਹ ਮਾਨਸਿਕ ਹਾਲਤ ਸਮਝਦੇ ਹੀ ਨਹੀਂ, ਮਾਪਿਆਂ ਨੂੰ ਪਤਾ ਹੀ ਨਹੀਂ। ਹੁਣ ਇਹਦੇ ਵਿੱਚ ਇੱਕ ਹੋਰ ਅਹਿਮ ਕਾਰਨ ਸ਼ਾਇਦ ਨਾ ਅੰਦਾਜ਼ਾ ਹੋਵੇ, ਜਿਹੜਾ ਡੋਮੈਸਟਿਕ ਵਾਇਲੈਂਸ ਵਿੱਚ ਮੇਲ ਇਜ਼ ਟੂ ਫੀਮੇਲ ਦਾ 9 ਦੇ ਪਾਸੇ ਇੱਕ ਯਾਨੀ ਅਸੀਂ ਗਿਣਿਆ ਹੈ ਕਿ ਜਿਹੜਾ ਅਸੀਂ ਲਗਭਗ ਤੁਸੀਂ ਇਹ ਸੋਚ ਲਓ ਕਿ ਜੇ 9
ਬੇਟੀਆਂ ਜਿਹੜੀਆਂ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੁੰਦੀਆਂ ਨੇ ਤਾਂ ਉਹਦੇ ਬਨਿਸਬਤ ਇੱਕ ਮਰਦ ਜੋ ਇਸ ਵੇਲੇ ਲੇਟੈਸਟ ਅੰਕੜੇ ਆਏ ਨੇ 2023 ਦੇ ਜਨਵਰੀ ਦੇ, ਉਹਦੇ ਵਿੱਚ ਵੀ ਉਹਨਾਂ ਨੇ ਅਹਿਮ ਕਾਰਨ ਲੱਭਿਆ ਹੈ ਕਿ ਇਹ ਡੋਮੈਸਟਿਕ ਵਾਇਲੈਂਸ ਇਸ ਹੱਦ ਤੱਕ ਜਿਹੜੀਆਂ 9 ਔਰਤਾਂ ਦੇ ਜਿਹੜੀਆਂ ਗਿਣ ਰਹੇ ਹਾਂ ਅਸੀਂ ਇੱਕ ਮਰਦ ਦੇ ਬਨਿਸਬਤ, ਉਹਨਾਂ ਨੂੰ ਇਸ ਹੱਦ ਤੱਕ ਕਈ ਵਾਰ ਲਿਜਾਇਆ ਜਾਂਦਾ, ਮਾਰ ਕੁਟਾਈ ਇਸ ਹੱਦ ਤੱਕ ਹੋ ਜਾਂਦੀ ਹੈ ਕਿ ਉਹਨਾਂ ਦੇ ਕਿਸੇ ਨਾ ਕਿਸੇ ਹੱਡੀ ਦਾ ਟੁੱਟ ਜਾਣਾ, ਵੀਣੀ ਦਾ ਵੱਢ ਦਿੱਤਾ ਜਾਣਾ, ਅੱਖ ਕੱਢ ਦਿੱਤੀ ਜਾਣ ਤੱਕ ਦੇ ਇੰਨੇ ਸੀਰੀਅਸ ਮੈਟਰਸ ਹੁੰਦੇ ਨੇ ਕਿ ਉਹ ਬਰਦਾਸ਼ਤ ਨਾ ਕਰ ਸਕਦਿਆਂ ਆਪ ਹੀ ਤਰਜੀਹ ਦਿੰਦੀ ਆ, ਮੈਂ ਖੂਹ 'ਚ ਹੀ ਛਾਲ ਮਾਰ ਦਿੰਦੀ ਹਾਂ, ਆਪਣੇ ਬੱਚਿਆਂ ਨੂੰ ਲਿਜਾ ਕੇ ਮਾਰੀ ਜਾਂਦੀ ਹਾਂ। ਹੁਣ ਇਹਦੇ ਵਿੱਚ ਜਦੋਂ ਡੋਮੈਸਟਿਕ ਵਾਇਲੈਂਸ ਇੱਕ ਵਾਰ ਹੋ ਗਈ, ਉਸ ਤੋਂ ਬਾਅਦ ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ ਹੁੰਦਾ ਜੇ, ਜਿਹਨੂੰ ਅਸੀਂ ਯਾਨੀ ਕਿਸੇ ਵੀ ਤਰ੍ਹਾਂ ਦਾ ਕਿਤੇ ਭੁਚਾਲ ਆਇਆ ਹੋਵੇ ਜਾਂ ਕੋਈ ਮੇਜਰ ਐਕਸੀਡੈਂਟ ਹੋਇਆ ਹੋਵੇ, ਉਸ ਤੋਂ ਬਾਅਦ ਤੁਹਾਡੇ ਕਈ ਰਾਤਾਂ ਸੌਂ ਨਹੀਂ ਸਕਦੇ, ਤੁਸੀਂ ਤ੍ਰਭਕ ਕੇ ਉੱਠਦੇ ਹੋ, ਤੁਹਾਨੂੰ ਉਹੀ ਚੀਜ਼ ਦਿਖਦੀ ਹੈ, ਸਾਹਮਣੇ ਕਤਲ ਹੋਇਆ ਹੋਵੇ। ਇਹ ਚੀਜ਼ਾਂ ਨੇ ਜਿਹਨੂੰ ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ ਕਹਿੰਦੇ ਆ। ਹੁਣ ਇੰਝ ਹੀ ਜਦੋਂ ਅੱਤ ਦਰਜੇ ਦੀ ਮਾਰ ਕੁਟਾਈ ਹੋਈ ਹੋਵੇ, ਤਾਂ ਉਸ ਤੋਂ ਬਾਅਦ ਇਹ ਔਰਤਾਂ ਕਈ ਵਾਰ ਉਹ ਬਰਦਾਸ਼ਤ ਹੀ ਨਹੀਂ ਕਰ ਸਕਦੀਆਂ, ਉਸ ਤੋਂ ਬਾਅਦ ਵੀ ਇਹ ਅਟੈਂਪਟਡ ਸੁਇਸਾਈਡ ਜਾਂ ਕਈ ਵਾਰ ਖੁਦਕੁਸ਼ੀ ਤੱਕ ਕਰ ਜਾਂਦੀਆਂ ਨੇ, ਕਿਉਂਕਿ ਇਹ ਚੀਜ਼ ਲਗਭਗ 2 ਤੋਂ 2.5 ਮਹੀਨੇ ਤੱਕ ਵੀ ਰਹਿ ਸਕਦੀ ਜੇ। ਤੁਸੀਂ ਅੰਦਾਜ਼ਾ ਲਾਓ। ਇਸ ਤੋਂ ਬਾਅਦ ਵੀ ਫਿਰ ਜਿਹੜੀਆਂ ਇਸ ਵੇਲੇ ਜਿਵੇਂ ਮੈਂ ਦੱਸਿਆ ਸੀ ਸਰੀਰਕ ਉਹਨਾਂ ਦੇ ਮਾਪ ਤੋਂ, ਕਿਉਂਕਿ ਕਈ ਸਾਡੇ ਗੀਤਕਾਰ ਵੀ ਏਦਾਂ ਦੇ ਹੀ ਸਰੀਰ ਦੇ ਮਾਪ ਕਰਨ ਲੱਗ ਪਏ ਨੇ। ਸਾਡੀਆਂ ਬੇਟੀਆਂ ਉਸੇ ਸਦਕਾ ਬਹੁਤ ਸਾਰੀਆਂ ਸਰਜਰੀਆਂ ਕਰਵਾਉਣ ਲੱਗ ਗਈਆਂ। ਕੋਈ ਆਪਣਾ ਤੁਹਾਡੇ ਸਾਹਮਣੇ ਹੀ ਹੈ ਕਿ ਬਦਲਣਾ ਚਾਹੁੰਦੀਆਂ ਨੇ ਆਪਣਾ ਸੈਕਸ, ਸੋ ਉਹ ਵੀ ਕਈ ਯਾਨੀ ਰਿਮੂਵ ਕਰ ਦਿੰਦੀਆਂ ਨੇ ਬ੍ਰੈਸਟ ਜਾਂ ਰਿਮੂਵ ਕਰਵਾ ਦਿੰਦੀਆਂ ਨੇ ਯੂਟਰਸ, ਸੋ ਉਸ ਪਾਸੇ ਨੂੰ ਵੀ ਤੁਰਨਾ ਸ਼ੁਰੂ ਹੋਈਆਂ ਨੇ। ਜਦੋਂ ਜਦੋਂ ਉਹ ਸਕਸੈਸਫੁਲ ਨਾ ਹੋਵੇ, ਫਿਰ ਵੀ ਉਹ ਕਈ ਵਾਰ ਖੁਦਕੁਸ਼ੀਆਂ ਤੱਕ ਪਹੁੰਚ ਜਾਂਦੀਆਂ ਨੇ ਜਾਂ ਸੀਵੀਅਰ ਡਿਪਰੈਸ਼ਨ ਵੱਲ ਜਾਂਦੀਆਂ ਨੇ। ਸੋ ਇਹ ਬਹੁਤ ਸਾਰੇ ਕਾਰਨ ਜਿਨ੍ਹਾਂ ਵਿੱਚ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੀਆਂ ਨਾਰਮਲ ਵੀ ਬੱਚਾ ਕਿਸੇ ਦਾ ਹੋਇਆ ਜਾਂ ਸਿਜ਼ੇਰੀਅਨ ਤੋਂ ਬਾਅਦ ਬੱਚਾ ਹੋਇਆ, ਜਿਸ ਨੂੰ ਖਾਸ ਤੌਰ ਤੇ ਭਾਰਤ ਦੀ ਹੁਣ ਗੱਲ ਕਰਨ ਲੱਗੀਆਂ, ਜਿਹਦੇ ਵਿੱਚ ਕੈਨੇਡਾ ਤੇ ਅਮਰੀਕਾ ਦੇ ਟੱਬਰ, ਖਿਮਾ ਕਰਿਓ ਸਾਡੇ ਸ਼ਾਮਲ ਨੇ ਵੀਰ ਭੈਣ, ਜਦੋਂ ਧੀ ਜੰਮਦੀ ਹੈ ਨਾ ਉਹਨਾਂ ਚੋਂ, ਮੈਂ ਹਰ ਕਿਸੇ ਤੇ ਬਿਲਕੁਲ ਉਂਗਲ ਨਹੀਂ ਚੁੱਕ ਰਹੀ ਤੇ ਨਾ ਮੇਰੇ ਆਪਣੇ ਅੰਕੜੇ ਨੇ, ਇਹ ਅੰਕੜੇ ਦੱਸਦੇ ਨੇ ਕਿ ਪੋਸਟਪਾਰਟਮ ਡਿਪਰੈਸ਼ਨ ਵਿੱਚ ਜਦੋਂ ਧੀ ਜੰਮੀ ਹੋਵੇ ਤੇ ਬੇਲੋੜੀ ਹੋਵੇ ਉਸ ਟੱਬਰ ਵਿੱਚ, ਜਿਸ ਤਰੀਕੇ ਉਹ ਉਸ ਬੇਟੀ ਨੂੰ ਯਾਨੀ ਲਾਹਨਤਾਂ ਪੈਂਦੀਆਂ ਨੇ ਜਾਂ ਉਹਨੂੰ ਨਿਕਲ ਜਾਣ ਦੀ ਜੋ ਜਿਸ ਤਰੀਕੇ ਵੀ ਉਹਦਾ ਹਾਲ ਕੀਤਾ ਜਾਂਦਾ ਧੀ ਜੰਮਣ ਉੱਤੇ, ਹਵੀਰਾ ਉਹ ਅੰਕੜੇ ਨੇ ਕਿ ਹਰ 19 ਚੋਂ ਇੱਕ ਮੌਤ ਉਸ ਔਰਤ ਦੀ ਹੋ ਰਹੀ ਜੇ ਜਿਹੜੀ ਕੁੱਖੋਂ ਧੀ ਜੰਮਦੀ ਜੇ। ਮੈਂ ਸੰਨ 2023 ਦੇ ਅੰਕੜੇ ਬੜੇ ਦਿਲ ਤੇ ਪੱਥਰ ਰੱਖ ਕੇ ਬੋਲ ਰਹੀ ਹਾਂ ਕਿ ਸਾਨੂੰ ਜੰਮਣ ਵਾਲੀਆਂ ਮਾਵਾਂ ਹੀ ਨੇ। ਫਿਰ ਵੀ ਅਸੀਂ ਇਸ ਸਦੀ 'ਚ ਆ ਕੇ ਅਜੇ ਵੀ ਜੇ ਹਰ 19 ਮੌਤਾਂ ਚੋਂ ਇੱਕ ਮੌਤ ਇਸ ਕਾਰਨ ਹੋ ਰਹੀ ਹੋਵੇ ਕਿ ਇੱਕ ਔਰਤ ਨੇ ਕੁੱਖੋਂ ਧੀ ਜੰਮੀ ਹੈ, ਤਾਂ ਫਿਰ ਦੱਸੋ ਅਸੀਂ ਕਿੱਥੇ ਖੜੇ ਹਾਂ? ਕੀ ਕਰਨ ਦੀ ਲੋੜ ਹੈ? ਤੁਸੀਂ ਆਪ ਸਮਝਦਾਰ ਹੋ। ਬਿਲਕੁਲ, ਬਿਲਕੁਲ। ਮੈਂ ਮੈਡਮ ਇਹੀ ਆਖਰੀ ਸਵਾਲ ਕਰਨਾ ਸੀਗਾ ਕਿ ਇਸ ਸਮਝ ਨੂੰ ਮਤਲਬ ਕਿ ਉਸ ਸਮੇਂ ਦਾ ਹਾਣੀ ਕਿਵੇਂ ਬਣਾਇਆ ਜਾਵੇ ਕਿ ਅਸੀਂ ਵਿਦੇਸ਼ਾਂ ਵੱਲ ਵੀ ਮੂੰਹ ਕਰ ਲੈਂਦੇ ਹਾਂ, ਸਾਡੇ ਉੱਥੋਂ ਵੀ ਇਹੋ ਜਿਹੀਆਂ ਸ਼ਿਕਾਇਤਾਂ ਜਾਂ ਇਹੋ ਜਿਹੇ ਕੇਸ ਆਮ ਸੁਣਨ ਨੂੰ ਮਿਲ ਜਾਂਦੇ ਨੇ ਕਿ ਲੜਕੀਆਂ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਜਾਂਦੀਆਂ। ਪੰਜਾਬੀਆਂ ਦੇ ਵਿੱਚ ਇਹ ਜ਼ਿਆਦਾ ਮਤਲਬ ਕਿ ਜਿਹੋ ਜਿਹੇ ਅੰਕੜੇ, ਜਿਹੋ ਜਿਹੀਆਂ ਰਿਪੋਰਟਾਂ ਆਉਂਦੀਆਂ, ਉਹ ਵੀ ਸਾਨੂੰ ਸੁਣਨ ਨੂੰ ਮਿਲਦੀਆਂ। ਜਾਂ ਏਦਾਂ ਕਹਿ ਲਓ ਕਿ ਸਾਡਾ ਰੁਝਾਨ ਪੰਜਾਬੀ ਖਬਰਾਂ 'ਚ ਜਾਂ ਪੰਜਾਬ ਦਾ ਉੱਥੇ ਪੰਜਾਬੀਆਂ ਨਾਲ ਕੀ ਵਾਪਰਿਆ ਉਹਦੇ 'ਚ ਜ਼ਿਆਦਾ ਹੁੰਦਾ ਤੇ ਉਹਦੀ ਚਰਚਾ ਵੀ ਇੱਥੇ ਜ਼ਿਆਦਾ ਹੁੰਦੀ ਹੈ ਕਿ ਉੱਥੇ ਆਹ ਵਾਪਰ ਗਿਆ ਪੰਜਾਬੀ ਕੁੜੀ ਨਾਲ ਜਾਂ ਪੰਜਾਬੀ ਮੁੰਡੇ ਦੇ ਨਾਲ। ਜਿੱਥੋਂ ਤੱਕ ਗੱਲ ਇਹ ਹੈ ਕਿ ਹੁਣ ਖੁਦਕੁਸ਼ੀਆਂ ਦੇ ਰਾਹ ਜਿਹੜੀਆਂ ਤੁਰ ਰਹੀਆਂ ਨੇ, ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਮਜ਼ਬੂਤ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਆਜ਼ਾਦੀ ਦਾ ਵੀ ਉਹ ਨਿੱਘ ਮਾਣਨ ਤੇ ਉਹਨਾਂ ਨੂੰ ਮਹਿਸੂਸ ਵੀ ਮਤਲਬ ਕਿ ਇਸ ਕਿਸਮ ਦਾ ਨਾ ਹੋਵੇ ਕਿ ਉਹਨਾਂ ਨੂੰ ਦੱਬ ਕੇ ਰੱਖਿਆ ਜਾਂਦਾ ਹੈ ਜਾਂ ਉਹਨਾਂ ਨੂੰ ਇਸ ਕਿਸਮ ਦਾ ਆਜ਼ਾਦੀ ਤੋਂ ਮਤਲਬ ਕਿ ਸੱਖਣਾ ਰੱਖਿਆ ਜਾਂਦਾ ਜਾਂ ਉਹ
ਉਹਨਾਂ ਨੂੰ ਆਜ਼ਾਦੀ ਦੇ ਮਾਇਨੇ ਵੀ ਸਮਝਾਏ ਜਾਣ ਕਿ ਕਿਸ ਕਿਸਮ ਦੀ ਆਜ਼ਾਦੀ ਉਹਨਾਂ ਦੇ ਲਈ ਹੈ। ਇਹ ਮੇਰਾ ਆਖਰੀ ਸਵਾਲ ਹੈ ਤਾਂ ਕਿ ਆਪਾਂ ਹੱਲ ਦੀ ਗੱਲ ਕਰੀਏ ਕਿ ਕੋਈ ਖੁਦਕੁਸ਼ੀ ਵਾਲੇ ਪਾਸੇ ਤੁਰੇ ਨਾ। ਸੁਖਵਿੰਦਰ ਜੀ, ਜਦ ਤੱਕ ਬੇਟੀ ਤੇ ਨੂੰਹ ਬਰਾਬਰ ਨਹੀਂ ਨਾ ਗਿਣੇ ਜਾਂਦੇ, ਇਹ ਵਿਤਕਰਾ ਠੀਕ ਹੋਣਾ ਨਹੀਂ। ਕਿਉਂਕਿ ਅਸੀਂ ਇਹੋ ਮੰਗਦੇ ਹਾਂ ਕਿ ਧੀ ਦੂਜਿਆਂ ਘਰ ਹੋ ਜਾਏ, ਸਾਡੇ ਘਰ ਨਹੀਂ। ਤੇ ਪਰ ਸੋਚਣ ਦੀ ਗੱਲ ਇਹ ਹੈ ਕਿ ਜਿਸ ਦਿਨ ਬਸ ਇੱਕੋ ਹੀ ਵਰਤਾਰਾ, ਤੇ ਮੈਂ ਅੱਜ ਨਹੀਂ 20 ਸਾਲਾਂ ਤੋਂ ਇਹੋ ਕਹਿ ਰਹੀ ਹਾਂ, ਭਈ ਧਿਆਨ ਰੱਖਿਓ, ਜਿਨ੍ਹਾਂ ਨੇ ਆਪਣੀ ਧੀ ਮਾਰੀ ਹੋਏ ਨਾ, ਉਹਨਾਂ ਲਈ ਨੂੰਹ ਪਰਾਈ ਧੀ ਹੋਈ ਹੈ, ਮਾਰਨ ਵਿੱਚ ਕਦੇ ਸੰਕੋਚ ਨਹੀਂ ਕਰਨਗੇ। ਵੀਰਾ, ਬਸ ਇੱਕੋ ਹੀ ਫੈਸਲਾ ਅਸੀਂ ਕਰ ਲਈਏ ਕਿ ਜਿਨ੍ਹਾਂ ਨੇ ਆਪਣੀ ਧੀ ਮਾਰੀ ਹੈ ਨਾ, ਉਸ ਘਰ ਵਿੱਚ ਨੂੰਹ ਦੇਣੀ ਹੋਈ ਨਹੀਂ, ਆਪਣੀ ਧੀ ਦੇਣੀ ਹੋਈ ਨਹੀਂ, ਤਾਂ ਮੈਨੂੰ ਆਪੇ ਹੀ ਤੁਸੀਂ ਦੱਸੋ ਇਹ ਵਰਤਾਰਾ ਕੀ ਇੱਕੋ ਦਿਨ ਚ ਬੰਦ ਨਹੀਂ ਹੋ ਜਾਏਗਾ? ਕਿ ਭਾਈ ਜੇ ਅਸੀਂ ਆਪਣੀ ਧੀ ਮਾਰਾਂਗੇ ਤਾਂ ਮੁੰਡਾ ਵਿਆਹੁਣ ਲਈ ਸਾਨੂੰ ਕਿਤੋਂ ਵੀ ਕੁਝ ਨਹੀਂ ਮਿਲਣਾ, ਤੇ ਸਾਡਾ ਟੱਬਰ ਜਿਹੜਾ ਅਸੀਂ ਜਿਸ ਪਿੱਛੇ ਸਾਰਾ ਪੁਆੜਾ ਪਾਇਆ ਉਹ ਅੱਗੇ ਤੁਰਨਾ ਹੀ ਨਹੀਂ। ਸੋ ਪਹਿਲੀ ਤੇ ਅਹਿਮ ਗੱਲ ਇਹ ਸਾਨੂੰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਇਹ ਬਿਲਕੁਲ ਵੀ ਨਹੀਂ ਹੋਣਾ। ਦੂਸਰੀ ਚੀਜ਼, ਧੀਆਂ ਨੂੰ ਭਾਰ ਮੰਨਣਾ ਹੁਣ ਛੱਡ ਦਈਏ। ਇਹ ਆਪ ਕਮਾਉਣ ਜੋਗੀਆਂ ਨੇ, ਇਹਨਾਂ ਨੇ ਦਿਖਾ ਦਿੱਤਾ ਸਦੀਆਂ ਤੋਂ ਅਗਾਂਹ ਲੰਘ ਕੇ ਕਿ ਅਸੀਂ ਕਰ ਸਕਦੀਆਂ। ਇਹਨਾਂ ਨੂੰ ਡਿਪੈਂਡੈਂਸੀ ਚੋਂ ਕੱਢੋ ਕਿ ਤੂੰ ਅਧੀਨਗੀ 'ਚ ਨਹੀਂ ਜੀਣਾ, ਕਿ ਤੂੰ ਪਿਓ ਦੀ ਅਧੀਨਗੀ ਲੈਣੀ ਹੈ, ਫਿਰ ਪਤੀ ਦੀ ਅਧੀਨਗੀ, ਫਿਰ ਪੁੱਤਰ ਦੀ ਅਧੀਨਗੀ। ਭਈ ਤੇਰੀ ਆਪਣੀ ਹੋਂਦ ਹੈ, ਆਪ ਕਰਕੇ ਵਿਖਾ। ਜੇ ਸਾਡੀਆਂ 80 ਵਰ੍ਹਿਆਂ ਦੀਆਂ ਮਾਵਾਂ ਵੀ ਇਸ ਵੇਲੇ ਦਿਖਾ ਸਕਦੀਆਂ ਨੇ, ਭਾਈ ਮੈਂ ਆਪਣੇ ਘਰ ਦੀਆਂ ਪਿੰਨੀਆਂ ਬਣਾ ਕੇ ਜੇ ਵੇਚਣ ਲੱਗ ਜਾਵਾਂ ਤੇ ਮੈਂ ਕਰੋੜਾਪਤੀ ਬਣ ਸਕਦੀ ਹਾਂ, ਤੇ ਮੈਂ ਆਪਣੀ ਇੱਜ਼ਤ ਮਾਣ ਨਾਲ ਜ਼ਿੰਦਗੀ ਜੀ ਸਕਦੀ ਹਾਂ। ਅਸੀਂ ਕਿਉਂ ਇਹਨਾਂ ਨੂੰ ਨਿਰਭਰ ਕਰ ਰਹੇ ਹਾਂ? ਸੋ ਬੇਟੀਆਂ ਨੂੰ ਜਦ ਤੱਕ ਇਹ ਸੁਨੇਹਾ ਨਹੀਂ ਨਾ ਜਾਂਦਾ, ਤੁਸੀਂ ਆਜ਼ਾਦ ਹੋ, ਤੁਸੀਂ ਆਪਣੀ ਵੱਖਰੀ ਹੋਂਦ ਦਰਸਾਉਣੀ ਹੈ। ਉਹ ਹੋਂਦ ਤੁਹਾਡੀ ਲਿਆਕਤ ਨਾਲ, ਤੁਸੀਂ ਆਪਣੀ ਭਾਵੇਂ ਖੇਡਾਂ ਦੇ ਵਿੱਚ, ਭਾਵੇਂ ਪੜ੍ਹਾਈ ਦੇ ਵਿੱਚ, ਭਾਵੇਂ ਪੇਂਟਿੰਗ ਵਿੱਚ, ਭਾਵੇਂ ਤੁਸੀਂ ਜੁਡੀਸ਼ਰੀ ਦੇ ਵਿੱਚ, ਡਾਕਟਰੀ ਵਿੱਚ, ਇੰਜੀਨੀਅਰਿੰਗ ਵਿੱਚ, ਕਿਸੇ ਹੀ ਪਾਸੇ ਤੁਸੀਂ ਜਾਣਾ ਚਾਹੋ, ਤੁਸੀਂ ਜਾ ਸਕਦੇ ਹੋ। ਤੇ ਆਪਣੀ ਉੱਥੇ ਪਹੁੰਚ ਕੇ ਜੋ ਸਿਖਰਾਂ ਤੇ ਜਾਓਗੇ, ਉਦੋਂ ਦਿਖਾਓ ਕੀ ਔਰਤ ਕਰ ਸਕਦੀ ਹੈ। ਉਦੋਂ ਜਦੋਂ ਤੁਸੀਂ ਆਪਣੀ ਆਜ਼ਾਦੀ ਦਿਖਾਓਗੇ, ਉਹ ਅਸਲ ਆਜ਼ਾਦੀ ਹੁੰਦੀ ਜੇ, ਜਿੱਥੇ ਮੈਂ ਅੱਜ ਵੀ ਦੱਸ ਦਿਆਂ ਕਿ ਨਿਰਵਸਤਰ ਹੋਣ ਨਾਲ ਤੁਸੀਂ ਇੱਕ ਵਸਤੂ ਬਣ ਕੇ ਰਹਿ ਜਾਂਦੇ ਹੋ। ਉਹ ਕੁਝ ਪਲਾਂ ਲਈ ਭਾਵੇਂ ਤੁਹਾਨੂੰ ਲੱਗੇ ਕਿ ਬਹੁਤ ਤੁਹਾਡੀ ਵਾਹ-ਵਾਹੀ ਹੋ ਗਈ ਹੈ, ਪਰ ਦਿਲਾਂ ਦੇ ਵਿੱਚ ਉਹਦੇ ਨਾਲ ਇੱਜ਼ਤ ਨਹੀਂ ਜੇ ਹੁੰਦੀ। ਅੱਜ ਵੀ ਜੇ ਮਰਦ ਦਾ ਕਿਸੇ ਦਾ ਸਿਰ ਝੁਕਦਾ ਹੈ ਨਾ, ਮਾਂ ਚੰਡੀ ਦੇ ਅੱਗੇ ਹੀ ਝੁਕਦਾ ਜੇ, ਤੇ ਮਾਂ ਚੰਡੀ ਬਣਨ ਲਈ ਉਹੋ ਜਿਹਾ ਕਿਰਦਾਰ ਚਾਹੀਦਾ ਹੁੰਦਾ ਹੈ। ਸੋ ਆਪਾਂ ਕਿਰਦਾਰ ਉੱਚੇ ਚੁੱਕੀਏ। ਜੇ ਧੀਆਂ ਕਿਸੇ ਇਸ ਪਾਸੇ ਵੱਲ ਵੀ ਤੁਰ ਪੈਣ ਤਾਂ ਸਮਾਜ ਬਦੋ-ਬਦੀ ਸਹੀ ਢੰਗ ਨਾਲ ਤੁਰੇਗਾ, ਪਰ ਉਹਦੇ ਵਿੱਚ ਅਹਿਮ ਰੋਲ ਜੇ ਸਾਡੇ ਭਰਾਵਾਂ ਦਾ, ਸਾਡੇ ਬੱਚਿਆਂ ਦਾ। ਕਿ ਜੇ ਕੋਈ ਔਰਤ ਦਾ ਨਿਰਾਦਰ ਕਰਦਾ ਜੇ, ਤਾਂ ਜ਼ਰੂਰ ਉਹਦੇ ਵਿਰੁੱਧ ਵੀ ਓਨੀ ਜ਼ੋਰਦਾਰ ਆਵਾਜ਼ ਹੋਣੀ ਚਾਹੀਦੀ ਜੇ। ਤੇ ਇੱਕ ਆਖਰੀ ਗੱਲ ਕਿ ਸਾਡਾ ਸਪੋਰਟ ਸਿਸਟਮ ਬੇਟੀਆਂ ਨੂੰ ਹੀ ਆਪਸ ਵਿੱਚ ਹੁਣ ਇਸ ਵੇਲੇ ਬਣਾਉਣਾ ਪੈਣਾ ਹੈ, ਜਿਹਦੇ ਵਿੱਚ ਸਾਡੇ ਬੇਟੇ ਵੀ ਸ਼ਾਮਲ ਹੋਣ, ਕਿ ਜੇ ਕੋਈ ਬੇਟੀ ਨਾਲ ਧੱਕਾ ਹੋਇਆ ਤਾਂ ਉਹਦੇ ਨਾਲ ਜਿਹੜਾ ਸਪੋਰਟ ਸਿਸਟਮ ਬਣਨਾ ਸੀ, ਉਹ ਬੇਟੀਆਂ ਵੀ ਖੜੀਆਂ ਹੋਣ। ਨਾਲ ਹੀ ਸਾਡੇ ਭਾਵੇਂ ਉਹ ਕੁਛ ਵਕੀਲ ਵੀਰ ਹੋਣ, ਭਾਵੇਂ ਤੁਹਾਡੇ ਵਰਗੇ ਸੁਹਿਰਦ ਸੱਜਣ ਜੋ ਉਹਨਾਂ ਦੀ ਸਪੋਰਟ ਤੇ ਖੜੇ ਹੋਣ, ਕੋਈ ਸਾਈਕੋਲੋਜਿਸਟ ਹੋਣ, ਸਾਈਕੈਟਰਿਸਟ ਹੋਣ। ਇਸ ਤਰ੍ਹਾਂ ਦੇ ਜਦੋਂ ਅਸੀਂ ਸਾਰੇ ਇੱਕ ਟੀਮ ਵਰਕ ਸ਼ੁਰੂ ਕਰਾਂਗੇ, ਤਾਂ ਡੈਫੀਨਿਟਲੀ ਅਸੀਂ ਬੇਟੀਆਂ ਦੀ ਇਹੋ ਜਿਹੀ ਸੁਸਾਈਡ ਜਿਹੜੀ ਗਿਣਤੀ ਵੱਧਦੀ ਜਾਂਦੀ ਜੇ, ਇਹਨੂੰ ਘਟਾਉਣ ਵਿੱਚ ਜਾਂ ਘੱਟੋ-ਘੱਟ ਜਿੰਨਾ ਵੀ ਪੋਜ਼ਿਟਿਵ ਰੋਲ ਅਸੀਂ ਅਦਾ ਕਰ ਸਕਦੇ ਹੋਵਾਂਗੇ, ਜ਼ਰੂਰ ਕਰਾਂਗੇ। ਸੋ ਇਹੋ ਜਿਹੀ ਜੇ ਕਿ ਅਸੀਂ ਸੁਸਾਈਡ ਪ੍ਰੀਵੈਂਸ਼ਨ ਹੈਲਪਲਾਈਨ ਅੱਗੇ ਚੱਲਿਆ ਕਰਦੀ ਸੀ, ਜੋ ਬੰਦ ਹੋ ਚੁੱਕੀ ਹੈ, ਮੈਂ ਬਿਲਕੁਲ ਹਰ ਪਾਸਿਓਂ ਸਹਿਮਤ ਹਾਂ ਵੀ ਮੈਨੂੰ ਕਦੇ ਵੀ ਮੇਰੀ ਲੋੜ ਹੋਵੇ ਦਿਨ ਜਾਂ ਰਾਤ, ਮੈਂ ਹਾਜ਼ਰ ਹਾਂ। ਤੇ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਸੁਖਵਿੰਦਰ ਜੀ ਵੀ ਹਮੇਸ਼ਾ ਹੀ ਹਾਜ਼ਰ ਹੋਣਗੇ, ਤੇ ਬਹੁਤ ਸਾਰੇ ਹੋਰ ਸੱਜਣ ਵੀ ਹੋਣਗੇ ਜਿਹੜੇ ਇਹੋ ਜਿਹੇ ਮੌਕੇ ਆਪਣੀਆਂ ਸੇਵਾਵਾਂ, ਫ੍ਰੀ ਸੇਵਾਵਾਂ ਕਿਸੇ ਵੀ ਵੇਲੇ ਦੇਣ ਨੂੰ ਤਿਆਰ ਹੋਣਗੇ। ਕਿ ਜੇ ਕੋਈ ਬੇਟੀ ਕਦੇ ਵੀ ਇਸ ਤਰ੍ਹਾਂ ਦੀ ਮਨ ਵਿੱਚ ਸੋਚ ਵੀ ਲਿਆਉਂਦੀ ਹੈ ਕਿ ਮੈਂ ਮਰਨਾ ਚਾਹੁੰਦੀ ਹਾਂ, ਤਾਂ ਇੱਕ ਪਲ ਜ਼ਰੂਰ ਸੁਖਵਿੰਦਰ ਜੀ ਨਾਲ ਜਾਂ ਮੇਰੇ ਨਾਲ ਗੱਲ ਕਰ ਲੈਣ। ਅਸੀਂ ਜ਼ਰੂਰ ਉਹਨਾਂ ਨੂੰ ਬਹੁਤ ਸਾਰੇ ਹੋਰ ਰਾਹ ਦੱਸ ਸਕਾਂਗੇ। ਤੇ ਇਹ ਪਤਾ ਹੋਣਾ ਚਾਹੀਦਾ, ਜ਼ਿੰਦਗੀ ਵਿੱਚ ਸਪੀਡ ਬ੍ਰੇਕਰਸ ਬਹੁਤ ਆਉਂਦੇ ਨੇ, ਪਰ ਕੌਣ ਰੁਕ ਜਾਂਦਾ ਸਪੀਡ ਬ੍ਰੇਕਰਾਂ ਤੇ? ਸਪੀਡ ਸਲੋ ਹੀ ਹੁੰਦੀ ਜੇ, ਟੱਪ ਤੇ ਸਾਰੇ ਹੀ ਜਾਂਦੇ ਨੇ, ਮੰਜ਼ਿਲ ਤੇ ਜ਼ਰੂਰ ਮਿਲਦੀ ਹੋਈ ਏ। ਤਾਂ ਇਹੋ ਜਿਹੀਆਂ ਔਕੜਾਂ ਨੂੰ ਵੇਖ ਕੇ ਸਾਡੀਆਂ ਬੇਟੀਆਂ ਘਬਰਾਉਣ ਨਾ, ਤਗੜੀਆਂ ਹੋਣ
ਫਿਰ ਦੇਖਣ ਕਿ ਨਵੇਂ ਰਾਹ ਜਦੋਂ ਸਿਰਜਣਗੀਆਂ ਤਾਂ ਲੋਕ ਉੱਥੇ ਸਲਾਮ ਕਰਦੇ ਲੱਭਣਗੇ। ਬਿਲਕੁਲ ਸ਼ੁਕਰੀਆ ਮੈਮ, ਧੰਨਵਾਦ ਤੁਹਾਡਾ।